ਕਿ ਜਿਹੜੀ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਆ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਆ ਇਹਦੀ ਜ਼ਰੂਰਤ ਕੀ ਹੈ, ਇਹਦੀ ਅਹਿਮੀਅਤ ਕੀ ਹੈ ਔਰ ਕਿਉਂ ਲੋੜ ਹੈ ਇਹਦੀ। ਵਿਜ਼ਟਰ ਵੀਜ਼ਾ ਅਤੇ ਸੁਪਰ ਵੀਜ਼ਾ ਦੋਨਾਂ ਦਾ ਸਭ ਤੋਂ ਪਹਿਲਾ ਮੋਟਿਵ ਤਾਂ ਇਹ ਹੈਗਾ ਕਿ ਇੱਥੇ ਆ ਕੇ ਜਿਹੜੇ ਵਿਜ਼ਟਰਸ ਇੱਥੇ ਆਉਂਦੇ ਆ ਉਹਨਾਂ ਕੋਲ ਕੋਈ ਜਿਵੇਂ ਜਿਹੜੇ ਕੈਨੇਡੀਅਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟਸ ਹੈਗੇ ਆ ਉਹਨਾਂ ਕੋਲ ਇੱਥੇ ਮੈਡੀਕਲ ਹੈਗਾ ਫ੍ਰੀ ਆਫ ਚਾਰਜ ਜੀ। ਬਟ ਜਿਹੜੇ ਟੂਰਿਸਟਸ ਤੇ ਵਿਜ਼ਟਰਸ ਇੱਥੇ ਆਉਂਦੇ ਆ ਉਹਨਾਂ ਕੋਲ ਇਹ ਫੈਸਿਲਿਟੀ ਅਵੇਲੇਬਲ ਨਹੀਂ ਹੈਗੀ ਜੀ। ਤੇ ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੇ ਵਿੱਚ ਉਹ ਉਹਨਾਂ ਦੀ ਹੈਲਥ ਦੀ ਕਵਰੇਜ, ਜਿਵੇਂ ਕੋਈ ਵੀ ਐਮਰਜੈਂਸੀ ਉਹਨਾਂ ਨੂੰ ਆ ਜਾਂਦੀ ਹੈ, ਕੋਈ ਐਮਰਜੈਂਸੀ ਸਿਕਨੈਸ, ਕੋਈ ਐਕਸੀਡੈਂਟ ਹੋ ਜਾਂਦਾ ਉਹਨਾਂ ਦਾ, ਤੇ ਜਿਹੜੀ ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਹੈਗੀ ਆ ਉਹਨਾਂ ਦੀ ਇਹ ਕਾਸਟ ਕਵਰ ਕਰਦੀ ਹੈ। ਮੇਰਾ ਇੱਕ ਸਵਾਲ ਹੈ ਕਿ ਕਈ ਵਾਰੀ ਕੀ ਹੁੰਦਾ, ਕਈਆਂ ਨੂੰ ਹਾਰਟ ਕੰਡੀਸ਼ਨਸ ਹੁੰਦੀਆਂ ਨੇ, ਕਈਆਂ ਦੇ ਆਪਰੇਟ ਹੋਏ ਹੁੰਦੇ, ਸਰਜਰੀਜ਼ ਹੋਈਆਂ ਹੁੰਦੀਆਂ ਨੇ, ਕੀ ਉਹ ਵੀ ਕਵਰ ਹੋ ਸਕਦੇ ਨੇ ਇਸ ਤਰ੍ਹਾਂ ਦੀ ਜਿਹੜੀ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਹੈ? ਹਾਂਜੀ ਬਿਲਕੁਲ, ਇਹ ਕਵਰਡ ਹੁੰਦੀਆਂ, ਬਟ ਇਹਦੇ ਵਿੱਚ ਹਰ ਇੱਕ ਕੰਪਨੀ ਦੀ ਅਲੱਗ-ਅਲੱਗ ਸ਼ਰਤਾਂ ਹੁੰਦੀਆਂ ਜੀ। ਜਿਵੇਂ ਤੁਸੀਂ ਕਹਿ ਲਓ ਕਿ ਅਗਰ ਕਿਸੇ ਦੀ ਹਾਰਟ ਸਰਜਰੀ ਹੋਈ ਹੈ ਤਾਂ ਉਹ ਪਿਛਲੇ 6 ਮਹੀਨੇ ਤੋਂ ਉਹਨਾਂ ਦੀ ਕੰਡੀਸ਼ਨ ਬਿਲਕੁਲ ਸਟੇਬਲ ਰਹਿਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਇੱਦਾਂ ਹੀ ਜਿਹੜੀ ਵੀ ਅਗਰ ਕਿਸੇ ਨੂੰ ਕੋਈ ਵੱਡੀ ਪ੍ਰੋਬਲਮ ਹੈ ਤਾਂ ਉਹਨਾਂ ਦੀ ਹੈਲਥ, ਜਿਵੇਂ ਹਰ ਇੱਕ ਡਿਜ਼ੀਜ਼ ਦੀ ਅਲੱਗ ਤੋਂ ਸ਼ਰਤ ਹੈ ਕਿ ਕਿਸੇ ਨੂੰ 180 ਡੇਜ਼ ਜਿਹੜੇ ਪਿਛਲੇ 180 ਡੇਜ਼ ਆ ਉਹਨਾਂ ਦੇ ਸਟੇਬਲ ਹੋਣੇ ਚਾਹੀਦੇ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਵਿੱਚ ਗਰਮੀਆਂ ਦਾ ਮੌਸਮ ਜਿਹੜਾ ਹੈ ਉਸ ਦਾ ਆਗਮਨ ਹੋ ਚੁੱਕਿਆ ਹੈ। ਸੋ ਗਰਮੀਆਂ ਦੇ ਆਉਂਦਿਆਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਵਲਰਸ ਨੇ, ਵਿਜ਼ਟਰਸ ਨੇ, ਵੱਖ-ਵੱਖ ਦੇਸ਼ਾਂ ਤੋਂ ਕੈਨੇਡਾ ਵੱਲ ਆਪਣੇ ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ ਮਿਲਣ ਆਉਂਦੇ ਨੇ। ਉਹਨਾਂ ਦੇ ਲਈ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਕਾਫੀ ਮਹੱਤਵਪੂਰਨ ਹੁੰਦੀ ਹੈ, ਪਰ ਮੌਜੂਦਾ ਕੋਵਿਡ ਦੇ ਹਾਲਾਤਾਂ ਦੇ ਕਰਕੇ ਸਰਕਾਰ ਵੱਲੋਂ ਵੀ ਕਈ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਵੱਖ-ਵੱਖ ਇੰਸ਼ੋਰੈਂਸ ਕੰਪਨੀਆਂ ਵੱਲੋਂ ਵੀ ਟਰਮਸ ਐਂਡ ਕੰਡੀਸ਼ਨਸ ਚੇਂਜ ਕੀਤੀਆਂ ਗਈਆਂ ਹਨ। ਸੋ ਇਹ ਸਾਰਾ ਮਸਲਾ ਕੀ ਹੈ, ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਟੂਡੀਓ ਵਿੱਚ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਇੰਸ਼ੋਰੈਂਸ ਐਡਵਾਈਜ਼ਰ ਜਸਮੀਤ ਕੌਰ ਨੂੰ ਅਸੀਂ ਬੁਲਾਇਆ ਹੈ ਜੀ। ਆਓ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਜਸਮੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਪੰਜਾਬੀ ਨੈਸ਼ਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜਸਮੀਤ ਜੀ, ਗੱਲਬਾਤ ਕਰਾਂਗੇ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ, ਵਿਜ਼ਟਰ ਇੰਸ਼ੋਰੈਂਸ ਬਾਰੇ, ਪਰ ਉਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਨਾਲ ਇਹ ਸਾਂਝ ਪਾਓ ਕਿ ਕੈਨੇਡਾ ਕਦੋਂ ਆਏ, ਕਿਵੇਂ ਆਉਣਾ ਹੋਇਆ ਤੇ ਇੰਸ਼ੋਰੈਂਸ ਇੰਡਸਟਰੀ ਨਾਲ ਕਦੋਂ ਜੁੜੇ? ਮੈਂ ਕੈਨੇਡਾ ਆਈ ਸੀਗੀ ਜੀ 2018 ਦੇ ਵਿੱਚ, ਦਸੰਬਰ ਮਹੀਨੇ ਦੇ ਵਿੱਚ, ਤੇ ਮੈਨੂੰ ਹੁਣ ਆਲਮੋਸਟ 2 ਸਾਲ ਹੋ ਚੁੱਕੇ ਨੇ। ਤੇ ਬੈਕ ਹੋਮ ਵੀ ਮੈਂ ਜਿੱਦਾਂ ਇੰਸ਼ੋਰੈਂਸ ਦਾ ਕੰਮ ਕਰਦੀ ਸੀਗੀ ਤੇ ਮੇਰਾ ਇੰਸ਼ੋਰੈਂਸ ਦਾ ਬੈਕਗ੍ਰਾਉਂਡ ਹੈਗਾ ਸੀਗਾ, ਤੇ ਇਸ ਕਰਕੇ ਮੈਂ ਸੋਚਿਆ ਕਿ ਉਰੇ ਆ ਕੇ ਵੀ ਕਿਉਂ ਨਾ ਮੈਂ ਇੰਸ਼ੋਰੈਂਸ ਦੇ ਕੰਮ ਨੂੰ ਹੀ ਕੰਟੀਨਿਊ ਕਰਾਂ। ਦੈਟਸ ਗੁੱਡ, ਕਿਉਂਕਿ ਤੁਹਾਡਾ ਪੁਰਾਣਾ ਜਿਹੜਾ ਤਜਰਬਾ ਸੀਗਾ, ਤੁਹਾਨੂੰ ਲੱਗਿਆ ਵੀ ਮੈਂ ਯੂਟਿਲਾਈਜ਼ ਕਰ ਸਕਦੀ ਹਾਂ ਇੱਥੇ। ਬਿਲਕੁਲ। ਤੇ ਜਦੋਂ ਆਪਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜਾਂ ਵਿਜ਼ਟਰ ਵੀਜ਼ਾ ਦੀ ਗੱਲ ਕਰਦੇ ਹਾਂ, ਸੋ ਬੇਸਿਕਲੀ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ, ਪਹਿਲਾਂ ਤਾਂ ਇਹ ਕਲੀਅਰ ਕਰੋ। ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੇ ਵਿੱਚ ਸਭ ਤੋਂ ਵੱਡਾ ਡਿਫਰੈਂਸ ਤਾਂ ਹੈਗਾ ਟਾਈਮ ਫਰੇਮ ਦਾ ਜੀ। ਜਿਵੇਂ ਵਿਜ਼ਟਰ ਵੀਜ਼ਾ ਦੇ ਵਿੱਚ ਕੋਈ ਵੀ ਵਿਜ਼ਟਰ ਆਉਂਦਾ ਹੈ ਉਹ ਵੱਧ ਤੋਂ ਵੱਧ ਇੱਥੇ 6 ਮਹੀਨੇ ਰਹਿ ਸਕਦਾ ਹੈ। ਬਿਲਕੁਲ। ਤੇ ਸੁਪਰ ਵੀਜ਼ਾ ਦੇ ਵਿੱਚ ਕੀ ਹੈ, ਸੁਪਰ ਵੀਜ਼ਾ ਦੇ ਵਿੱਚ ਸਟੋਰੀ ਚੇਂਜ ਹੋ ਜਾਂਦੀ ਹੈ। ਉਹ ਕੰਟੀਨਿਊਸਲੀ ਜਿਹੜਾ ਵਿਜ਼ਟਰ ਹੈਗਾ ਉਹ ਇੱਥੇ ਆ ਕੇ 2 ਸਾਲ ਤੱਕ ਰਹਿ ਸਕਦਾ ਹੈ। 2 ਸਾਲ ਦੇ ਬਾਅਦ ਉਹਨੂੰ ਵਾਪਸ ਜਾਣਾ ਪਏਗਾ ਤੇ ਉਸ ਤੋਂ ਬਾਅਦ ਉਹ ਵਾਪਸ ਆ ਕੇ 2 ਸਾਲ ਦੇ ਬਾਅਦ ਫਿਰ ਰਹਿ ਸਕਦਾ। ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਸੁਪਰ ਵੀਜ਼ਾ ਇੰਸ਼ੋਰੈਂਸ ਆ, ਇਹ ਖਾਸ ਕਰਕੇ ਜਿਹੜੇ ਕੈਨੇਡੀਅਨਸ ਨੇ, ਚਾਹੇ ਉਹ PR ਹੋਣ ਜਾਂ ਉਹ ਇੱਥੇ ਸਿਟੀਜ਼ਨ ਨੇ, ਉਹਨਾਂ ਦੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਆਪਸ਼ਨ ਹੁੰਦੀ ਹੈ ਇਹਦੀ। ਰਾਈਟ। ਜਿਹੜੇ ਕੈਨੇਡੀਅਨ ਸਿਟੀਜ਼ਨਸ ਹੈਗੇ ਆ ਤੇ ਜਿਹੜੇ PR ਵਾਲੇ ਹੈਗੇ ਆ, PR ਪਰਮਨੈਂਟ ਰੈਜ਼ੀਡੈਂਟਸ ਹੈਗੇ ਆ ਇੱਥੇ, ਸਿਰਫ ਉਹੀ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਇੱਥੇ ਸੁਪਰ ਵੀਜ਼ਾ ਤੇ ਬੁਲਾ ਸਕਦੇ ਆ। ਜਿਹੜੇ ਵਰਕ ਪਰਮਿਟ ਤੇ ਆਏ ਹੋਏ ਹੈਗੇ ਆ ਇੱਥੇ, ਉਹਨਾਂ ਨੂੰ ਇਹ ਆਪਸ਼ਨ ਅਵੇਲੇਬਲ ਨਹੀਂ ਹੈਗੀ। ਪਰ ਉਹਨਾਂ ਕੋਲ ਇਹ ਆਪਸ਼ਨ ਜ਼ਰੂਰ ਹੈਗੀ ਹੈ ਵੀ ਉਹ ਵਿਜ਼ਟਰ ਵੀਜ਼ੇ ਤੇ ਜ਼ਰੂਰ ਆਪਣੇ ਪੇਰੈਂਟਸ ਨੂੰ ਜਾਂ ਰਿਲੇਟਿਵਸ ਨੂੰ ਬੁਲਾ ਸਕਦੇ ਆ। ਐਗਜ਼ੈਕਟਲੀ, ਹਾਂਜੀ ਬਿਲਕੁਲ। ਹੁਣ ਦੂਜਾ ਸਵਾਲ ਇਹ ਹੈ ਕਿ ਜਿਹੜੀ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਆ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਆ, ਇਹਦੀ ਜ਼ਰੂਰਤ ਕੀ ਹੈ, ਇਹਦੀ ਅਹਿਮੀਅਤ ਕੀ ਹੈ ਔਰ ਕਿਉਂ ਲੋੜ ਹੈ ਇਹਦੀ? ਵਿਜ਼ਟਰ ਵੀਜ਼ਾ ਅਤੇ ਸੁਪਰ ਵੀਜ਼ਾ ਦੋਨਾਂ ਦਾ ਸਭ ਤੋਂ ਪਹਿਲਾ ਮੋਟਿਵ ਤਾਂ ਇਹ ਹੈਗਾ ਕਿ ਇੱਥੇ ਆ ਕੇ ਜਿਹੜੇ ਵਿਜ਼ਟਰਸ ਇੱਥੇ ਆਉਂਦੇ ਆ ਉਹਨਾਂ ਕੋਲ ਕੋਈ ਜਿਵੇਂ ਜਿਹੜੇ ਕੈਨੇਡੀਅਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟਸ ਹੈਗੇ ਆ ਉਹਨਾਂ ਕੋਲ ਇੱਥੇ ਮੈਡੀਕਲ ਹੈਗਾ ਫ੍ਰੀ ਆਫ ਚਾਰਜ ਜੀ।
ਬਟ ਜਿਹੜੇ ਟੂਰਿਸਟਸ ਤੇ ਵਿਜ਼ਿਟਰਸ ਇੱਥੇ ਆਉਂਦੇ ਆ ਉਹਨਾਂ ਕੋਲ ਇਹ ਫੈਸਿਲਿਟੀ ਅਵੇਲੇਬਲ ਨਹੀਂ ਹੈਗੀ ਉਹਨਾਂ ਜੀ। ਤੇ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਦੇ ਵਿੱਚ ਉਹ ਉਹਨਾਂ ਦੀ ਹੈਲਥ ਦੀ ਕਵਰੇਜ, ਜਿਵੇਂ ਕੋਈ ਵੀ ਐਮਰਜੈਂਸੀ ਉਹਨਾਂ ਨੂੰ ਆ ਜਾਂਦੀ ਹੈ, ਕੋਈ ਐਮਰਜੈਂਸੀ ਸਿਕਨੈਸ, ਕੋਈ ਐਕਸੀਡੈਂਟ ਹੋ ਜਾਂਦਾ ਉਹਨਾਂ ਦਾ, ਤੇ ਜਿਹੜੀ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਹੈਗੀ ਆ ਉਹਨਾਂ ਦੀ ਇਹ ਕਾਸਟ ਕਵਰ ਕਰਦੀ ਹੈ ਜੀ। ਔਰ ਅਗੇਨ ਮੈਂ ਇੱਥੇ ਐਡ ਕਰ ਦਿੰਦਾ ਜੀ, ਕੈਨੇਡਾ ਦੇ ਵਿੱਚ ਜਿਹੜੀਆਂ ਹੈਲਥ ਫੈਸਿਲਿਟੀਜ਼ ਨੇ ਦੇ ਆਰ ਵੈਰੀ ਐਕਸਪੈਂਸਿਵ। ਬਿਲਕੁਲ। ਸੋ ਡੈਫੀਨੇਟਲੀ ਅਸੀਂ ਸੁਜੈਸਟ ਕਰਦੇ ਹਾਂ ਜਿੰਨੇ ਵੀ ਸਾਡੇ ਦਰਸ਼ਕ ਨੇ, ਅਗਰ ਤੁਹਾਡੇ ਕੋਈ ਰਿਸ਼ਤੇਦਾਰ ਕੋਈ ਸਾਕ ਸੰਬੰਧੀ ਵਿਜ਼ਟਰ ਵੀਜ਼ੇ ਤੇ ਜਾਂ ਸੁਪਰ ਵੀਜ਼ੇ ਤੇ ਇੱਥੇ ਆ ਰਹੇ ਨੇ ਤੇ ਮੈਡੀਕਲ ਇੰਸ਼ੋਰੈਂਸ ਜਿਹੜੀ ਹੈ ਜੀ ਉਹ ਲੈ ਲਓ। ਉਹਦੇ ਨਾਲ ਤੁਹਾਡੇ ਰਿਸ਼ਤੇਦਾਰਾਂ ਦਾ ਵੀ ਬੈਨੀਫਿਟ ਹੈ ਔਰ ਤੁਹਾਡਾ ਵੀ ਬੈਨੀਫਿਟ ਹੈ, ਕਿਉਂਕਿ ਐਕਚੁਅਲੀ ਸਪਾਂਸਰ ਤੁਸੀਂ ਹੁੰਦੇ ਜੀ। ਹਾਂਜੀ ਹਾਂਜੀ ਹਾਂਜੀ। ਤੇ ਸਪਾਂਸਰ ਕਿਉਂਕਿ ਇੱਥੇ ਜਿਹੜੇ ਰਹਿ ਰਹੇ ਪਰਮਨੈਂਟ ਰੈਜ਼ੀਡੈਂਟਸ ਤੇ ਕੈਨੇਡੀਅਨ ਸਿਟੀਜ਼ਨਸ ਨੇ, ਕੋਈ ਵੀ ਕੱਲ ਨੂੰ ਮੈਡੀਕਲ ਐਮਰਜੈਂਸੀ ਆਉਂਦੀ ਹੈ ਉਹਦੀ ਕਾਸਟ ਬੀਅਰ ਤਾਂ ਜਿਹੜੇ ਇੱਥੇ ਸਪਾਂਸਰ ਹੈਗੇ ਆ ਉਹਨੂੰ ਹੀ ਕਰਨੀ ਪਏਗੀ। ਬਿਲਕੁਲ। ਤੇ ਇਸ ਕਰਕੇ ਇਹ ਸਪਾਂਸਰ ਦੀ ਸਭ ਤੋਂ ਵੱਡੀ ਡਿਊਟੀ ਹੈ ਕਿ ਜਦੋਂ ਵੀ ਉਹ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਬੁਲਾਉਣ ਤੇ ਉਹਨਾਂ ਦੀ ਹਮੇਸ਼ਾ ਉਹ ਇੰਸ਼ੋਰ ਕਰਨ ਕਿ ਉਹਨਾਂ ਦੀ ਉਹ ਮੈਡੀਕਲ ਇੰਸ਼ੋਰੈਂਸ ਬਾਏ ਕਰਨ ਉਹਨਾਂ ਨੂੰ ਬੁਲਾਉਣ ਤੋਂ ਪਹਿਲਾਂ। ਬਿਲਕੁਲ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ, ਤੇ ਇਹਦੇ ਵਿੱਚ ਕਵਰੇਜ ਕਿਸ ਤਰ੍ਹਾਂ ਦੀ ਹੁੰਦੀ ਹੈ ਨਾਰਮਲੀ? ਇਹਦੇ ਵਿੱਚ ਬੇਸਿਕਲੀ ਦੋ ਤਰੀਕੇ ਦੀ ਕਵਰੇਜ ਹੁੰਦੀ ਹੈ ਜੀ। ਇਹਦੇ ਵਿੱਚ ਇੱਕ ਹੁੰਦੀ ਹੈ ਕਵਰੇਜ ਜਿਹਦੇ ਵਿੱਚ ਪ੍ਰੀ ਮੈਡੀਕਲ ਕੰਡੀਸ਼ਨਸ ਕਵਰ ਨਹੀਂ ਹੁੰਦੀਆਂ, ਤੇ ਇੱਕ ਕਵਰੇਜ ਹੁੰਦੀ ਹੈ ਜਿਹਦੇ ਵਿੱਚ ਪ੍ਰੀ ਮੈਡੀਕਲ ਕੰਡੀਸ਼ਨਸ ਕਵਰਡ ਹੁੰਦੀਆਂ ਜੀ। ਸੋ ਅਸੀਂ ਹਮੇਸ਼ਾ ਜਿਹੜੇ ਵੀ ਸਪਾਂਸਰ ਹੁੰਦੇ ਆ ਉਹਨਾਂ ਨੂੰ ਇਹੀ ਕਹਿੰਦੇ ਆ ਕਿ ਤੁਸੀਂ ਹਮੇਸ਼ਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਤੁਹਾਡੇ ਪੇਰੈਂਟਸ ਆ ਰਹੇ ਆ, ਜਿਹੜੇ ਤੁਹਾਡੇ ਮੰਮੀ ਡੈਡੀ ਆ ਰਹੇ ਆ ਜਾਂ ਤੁਹਾਡੇ ਦਾਦਾ ਦਾਦੀ ਆ, ਤੁਹਾਡੇ ਨਾਨਾ ਨਾਨੀ ਆ ਰਹੇ ਆ, ਜਾਂ ਕੋਈ ਦੋਸਤ ਮਿੱਤਰ ਨੇ, ਰਿਸ਼ਤੇਦਾਰ ਨੇ ਵਿਜ਼ਟਰ ਵੀਜ਼ੇ ਤੇ ਆ ਰਹੇ ਨੇ, ਹਾਂਜੀ, ਜਾਂ ਤੁਹਾਨੂੰ ਉਹਨਾਂ ਦੀ ਮੈਡੀਕਲ ਕੰਡੀਸ਼ਨ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜੀ, ਤਾਂ ਕਿ ਤੁਸੀਂ ਅੱਗੇ ਵੀ ਐਡਵਾਈਜ਼ਰ ਨੂੰ ਜੇ ਤੁਸੀਂ ਐਡਵਾਈਜ਼ਰ ਨੂੰ ਤੁਸੀਂ ਦੱਸੋਗੇ ਚੰਗੀ ਤਰ੍ਹਾਂ ਕਿ ਉਹਨਾਂ ਨੂੰ ਕਿਹੜੀ ਮੈਡੀਕਲ ਪ੍ਰੋਬਲਮਸ ਹੈਗੀਆਂ ਤਾਂ ਤੁਹਾਨੂੰ ਰਾਈਟ ਗਾਈਡ ਕਰ ਸਕਦੇ ਆ, ਬਜਾਏ ਕਿ ਤੁਸੀਂ ਉਹ ਇੱਥੇ ਆਉਂਦੇ ਆ ਤੇ ਉਹਨਾਂ ਨੂੰ ਇੱਥੇ ਕੋਈ ਮੈਡੀਕਲ ਪ੍ਰੋਬਲਮ ਹੋ ਜਾਂਦੀ ਹੈ ਜਿਹੜੀ ਕਿ ਉਹਨਾਂ ਦੀ ਪੁਰਾਣੀ ਮੈਡੀਕਲ ਹੈਲਥ ਕੰਡੀਸ਼ਨ ਨੂੰ ਲੈ ਕੇ ਹੁੰਦੀ ਹੈ, ਤੇ ਅਗਰ ਉਹਨਾਂ ਨੂੰ ਇੱਦਾਂ ਦੀ ਕੋਈ ਪ੍ਰੀ ਮੈਡੀਕਲ ਕੰਡੀਸ਼ਨ ਕਰਕੇ ਇੱਥੇ ਪ੍ਰੋਬਲਮ ਆਵੇ ਤੇ ਫਿਰ ਕੰਪਨੀ ਉਹਦਾ ਕਲੇਮ ਨਹੀਂ ਦੇ ਪਾਉਂਦੀ, ਕਿਉਂਕਿ ਤੁਸੀਂ ਕੰਪਨੀ ਦੀ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਤੁਸੀਂ ਉਹਦੀ ਸ਼ਰਤਾਂ ਪੂਰੀਆਂ ਨਹੀਂ ਕਰ ਪਾਏ ਤਾਂ ਤੁਹਾਨੂੰ ਕਈ ਵਾਰ ਉਸ ਚੀਜ਼ ਦਾ ਕਲੇਮ ਨਹੀਂ ਮਿਲਦਾ। ਸੋ ਕਹਿਣ ਦਾ ਮਤਲਬ ਹੈ ਕਿ ਅਗਰ ਤੁਸੀਂ ਆਪਣੇ ਪੇਰੈਂਟਸ ਦੀ ਜਾਂ ਰਿਸ਼ਤੇਦਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤੇ ਉਹਨਾਂ ਦੀ ਜਿਹੜੀ ਮੈਡੀਕਲ ਕੰਡੀਸ਼ਨ ਆ ਉਸ ਨੂੰ ਐਡਵਾਈਜ਼ਰ ਦੇ ਨਾਲ ਬੈਠ ਕੇ ਪੂਰਾ ਡਿਸਕਸ ਕਰੋ, ਔਰ ਤਾਂ ਹੀ ਫਾਇਦਾ ਵਾ ਤੁਹਾਨੂੰ, ਜਿਹੜੀ ਉਹ ਕੱਲ ਨੂੰ ਕਲੇਮ ਦੀ ਲੋੜ ਪਵੇ ਤੇ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਾ ਆਵੇ। ਐਗਜ਼ੈਕਟਲੀ, ਹਾਂਜੀ। ਤੁਸੀਂ ਗੱਲ ਕੀਤੀ ਸੀਗੀ ਵਿਦਆਊਟ ਮੈਡੀਕਲ ਕੰਡੀਸ਼ਨ ਤੇ ਵਿਦ ਮੈਡੀਕਲ ਕੰਡੀਸ਼ਨ, ਇਹਨੂੰ ਥੋੜਾ ਜਿਹਾ ਆਸਾਨ ਸ਼ਬਦਾਂ 'ਚ ਡਿਸਕਸ ਕਰੋਗੇ ਜੀ? ਵਿਦ ਮੈਡੀਕਲ ਕੰਡੀਸ਼ਨ, ਬਿਲਕੁਲ। ਵਿਦ ਮੈਡੀਕਲ ਕੰਡੀਸ਼ਨ ਜਿਵੇਂ ਸਾਡੇ ਪੇਰੈਂਟਸ ਹੁੰਦੇ ਆ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਹੈ, ਉਹਨਾਂ ਨੂੰ ਥਾਇਰਾਇਡ ਜਾਂ ਉਹਨਾਂ ਨੂੰ ਡਾਇਬੀਟੀਜ਼ ਹੈ, ਤਾਂ ਉਹਦੇ ਤੇ ਜੇ ਐਡਵਾਈਜ਼ਰ ਨੂੰ ਜਾਂ ਇੰਸ਼ੋਰੈਂਸ ਕੰਪਨੀ ਨੂੰ ਇਸ ਕੰਡੀਸ਼ਨਸ ਦਾ ਪਤਾ ਹੋਵੇ ਤਾਂ ਉਹਨਾਂ ਨੂੰ ਇੱਥੇ ਆ ਕੇ ਆਸਾਨੀ ਰਹਿੰਦੀ ਹੈ ਕਿ ਉਹਨਾਂ ਨੂੰ ਕਿਹੜੀ ਪ੍ਰੋਬਲਮਸ ਅਰਾਈਜ਼ ਹੋ ਸਕਦੀਆਂ ਇਹਨਾਂ ਪ੍ਰੋਬਲਮਸ ਕਰਕੇ, ਤਾਂ ਉਹ ਉਹਨਾਂ ਨੂੰ ਜਿਹੜੇ ਐਡਵਾਈਜ਼ਰ ਆ ਉਹਨਾਂ ਨੂੰ ਉਸ ਹਿਸਾਬ ਦੀ ਹੀ ਕਵਰੇਜ ਪ੍ਰੋਵਾਈਡ ਕਰਦੇ ਆ ਜੀ। ਤੇ ਵਿਦਆਊਟ ਮੈਡੀਕਲ ਕੰਡੀਸ਼ਨ ਦੀ ਆਪਾਂ ਗੱਲ ਕਰੀਏ, ਉਹਦੇ ਵਿੱਚ ਸਿਰਫ ਜਿਹੜੀ ਅਗਰ ਤੁਹਾਨੂੰ ਇੱਥੇ ਕੋਈ ਐਮਰਜੈਂਸੀ ਆਉਂਦੀ ਹੈ, ਤੁਸੀਂ ਲਾ ਲਓ ਤੁਸੀਂ ਬਲੈਕ ਆਈਸ ਤੇ ਗਿਰ ਗਏ ਤਾਂ ਤੁਹਾਨੂੰ ਸੱਟ ਵੱਜ ਗਈ, ਜਾਂ ਫਿਰ ਜਿਹਦਾ ਪੁਰਾਣੀ ਮੈਡੀਕਲ ਹੈਲਥ ਕੰਡੀਸ਼ਨ ਦੇ ਨਾਲ ਕੋਈ ਵੀ ਲੈਣਾ ਨਹੀਂ ਹੈਗਾ, ਸਿਰਫ ਬੇਸਿਕ ਦੇ ਵਿੱਚ ਸਿਰਫ ਉਨਾ ਹੀ ਕਵਰ ਹੁੰਦਾ। ਠੀਕ ਹੈ ਜੀ। ਤੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੀਆਂ ਅਗਰ ਤੁਹਾਨੂੰ ਪ੍ਰੀ ਕੰਡੀਸ਼ਨਸ ਹੈਗੀਆਂ ਵਾ, ਡਾਇਬਟੀਜ਼ ਆ ਜਾਂ ਥਾਇਰਾਇਡ ਆ ਜਾਂ ਬਲੱਡ ਪ੍ਰੈਸ਼ਰ ਜਾਂ ਹੋਰ ਇੱਦਾਂ ਦੀਆਂ ਜਿਹੜੀਆਂ ਡਿਸੀਜ਼ਸ ਹੋ ਸਕਦੀਆਂ ਨੇ, ਮੇਰਾ ਇੱਥੇ ਇੱਕ ਸਵਾਲ ਆ ਕਿ ਕਈ ਵਾਰੀ ਕੀ ਹੁੰਦਾ, ਕਈਆਂ ਨੂੰ ਹਾਰਟ ਕੰਡੀਸ਼ਨਸ ਹੁੰਦੀਆਂ ਨੇ, ਕਈਆਂ ਦੇ ਓਪਰੇਟ ਹੋਏ ਹੁੰਦੇ, ਸਰਜਰੀਜ਼ ਹੋਈਆਂ ਹੁੰਦੀਆਂ ਨੇ, ਕੀ ਉਹ ਵੀ ਕਵਰ ਹੋ ਸਕਦੇ ਨੇ ਇਸ ਤਰ੍ਹਾਂ ਦੀ ਜਿਹੜੀ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਹੈ? ਹਾਂਜੀ, ਬਿਲਕੁਲ ਇਹ ਕਵਰਡ ਹੁੰਦੀਆਂ, ਬਟ ਇਹਦੇ ਵਿੱਚ ਹਰ ਇੱਕ ਕੰਪਨੀ ਦੀ ਅਲੱਗ-ਅਲੱਗ ਸ਼ਰਤਾਂ ਹੁੰਦੀਆਂ। ਜਿਵੇਂ ਤੁਸੀਂ ਕਹਿ ਲਓ ਕਿ ਅਗਰ ਕਿਸੇ ਦੀ ਹਾਰਟ ਸਰਜਰੀ ਹੋਈ ਹੈ ਤਾਂ ਉਹ ਪਿਛਲੇ 6 ਮਹੀਨੇ ਤੋਂ ਉਹਨਾਂ ਦੀ ਕੰਡੀਸ਼ਨ ਬਿਲਕੁਲ ਸਟੇਬਲ ਰਹਿਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਇੱਦਾਂ ਹੀ ਜਿਹੜੀ ਵੀ ਅਗਰ ਕਿਸੇ ਨੂੰ ਕੋਈ ਵੱਡੀ ਪ੍ਰੋਬਲਮ ਹੈ ਤਾਂ ਉਹਨਾਂ ਦੀ ਹੈਲਥ, ਜਿਵੇਂ ਹਰ ਇੱਕ ਡਿਜ਼ੀਜ਼ ਦੀ ਅਲੱਗ ਤੋਂ ਸ਼ਰਤ ਹੈ ਕਿ ਕਿਸੇ ਨੂੰ 180 ਡੇਜ਼ ਜਿਹੜੇ ਪਿਛਲੇ 180 ਡੇਜ਼ ਆ ਉਹਨਾਂ ਦੇ ਸਟੇਬਲ ਹੋਣੇ ਚਾਹੀਦੇ, ਕਿਸੇ ਦਾ 1 ਸਾਲ ਤੱਕ ਪਿਛਲਾ ਉਹਨਾਂ ਦਾ ਸਟੇਬਲ, ਉਹਨਾਂ ਦੀ ਕੋਈ ਡੋਜ਼ਸ ਵਿੱਚ ਚੇਂਜਸ ਨਹੀਂ ਹੋਣੇ ਚਾਹੀਦੇ, ਇੱਦਾਂ ਦੀ ਚੀਜ਼ਾਂ। ਸੋ ਸਟੇਬਿਲਿਟੀ ਪੀਰੀਅਡ ਦੀ ਗੱਲ ਕੀਤੀ ਤੁਸੀਂ, ਹਾਂਜੀ, ਵੀ 6 ਮਹੀਨੇ ਜਾਂ 8 ਮਹੀਨੇ ਜਾਂ ਸਾਲ, ਇਹ ਸਟੇਬਿਲਿਟੀ ਪੀਰੀਅਡ ਦਾ ਮਤਲਬ ਕੀ ਆ ਆਸਾਨ ਸ਼ਬਦਾਂ 'ਚ?
ਸਟੇਬਿਲਿਟੀ ਪੀਰੀਅਡ ਹੁੰਦਾ ਕਿ ਉਹਦੇ ਵਿੱਚ ਜਿਹੜੀ ਟਰੈਵਲਰ ਹੈਗਾ, ਜਿਹੜਾ ਵੀ ਤੁਹਾਡਾ ਕਲਾਇੰਟ ਹੈਗਾ, ਉਹਦੀ ਹੈਲਥ ਸਟੇਬਲ ਹੋਣੀ ਚਾਹੀਦੀ ਹੈ। ਉਹਦੇ ਕੋਈ ਜਿਵੇਂ ਜੇ ਡਾਇਬੀਟੀਜ਼ ਕਹਿ ਲਓ ਤਾਂ ਉਹਨੂੰ ਇੱਦਾਂ ਕੋਈ ਇਨਸੂਲਿਨ ਦਾ ਇੰਜੈਕਸ਼ਨ ਤਾਂ ਨਹੀਂ ਲੱਗ ਰਹੇ, ਜਾਂ ਫਿਰ ਕੋਈ ਜਾਂ ਉਹਦੀ ਕੋਈ ਇਨਸੂਲਿਨ ਦੀ ਜਿਹੜੀ ਡੋਜ਼ ਆ ਜਾਂ ਟੈਬਲੇਟ ਆ ਉਹ ਵਧੀ ਘਟੀ ਤਾਂ ਨਹੀਂ। ਹਾਂਜੀ, ਕੋਈ ਵੀ ਜਿਵੇਂ ਕਿਸੇ ਵੀ ਬਿਮਾਰੀ ਨੂੰ ਲੈ ਲਓ, ਉਹਨਾਂ ਦੀ ਕੋਈ ਡੋਜ਼ ਵਧੀ ਘਟੀ ਤਾਂ ਨਹੀਂ ਹੈਗੀ। ਉਹਨਾਂ ਦੀ ਜਿਹੜੀ ਦਵਾਈਆਂ ਉਹ ਸਾਲ ਪਹਿਲਾਂ ਲੈ ਰਹੇ ਸੀਗੇ, ਅੱਜ ਦੀ ਡੇਟ 'ਚ ਵੀ ਉਹੀ ਲੈ ਰਹੇ ਆ। ਇਹ ਹੁੰਦਾ ਸਟੇਬਿਲਿਟੀ ਪੀਰੀਅਡ ਕਿ ਉਹਨਾਂ ਦੀ ਪਿਛਲੇ ਜਿੰਨਾ ਵੀ ਟਾਈਮ ਡਿਊਰੇਸ਼ਨ ਕੰਪਨੀ ਨੇ ਲਿਖਿਆ ਹੋਇਆ ਉਸ ਟਾਈਮ ਦੇ ਦੌਰਾਨ ਉਹਨਾਂ ਦੀ ਹੈਲਥ ਵਿੱਚ ਕੋਈ ਚੇਂਜ ਨਹੀਂ ਹੋਣਾ ਚਾਹੀਦਾ। ਸੋ ਕਹਿਣ ਦਾ ਮਤਲਬ ਇਹ ਹੈ ਜੀ ਕਿ ਤੁਸੀਂ ਜਦੋਂ ਵੀ ਆਪਣੇ ਕਿਸੇ ਰਿਸ਼ਤੇਦਾਰ ਦੀ ਜਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਆ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲੈਣੀ ਆ, ਤੇ ਹਰੇਕ ਮੈਡੀਕਲ ਕੰਡੀਸ਼ਨ ਜਿਹੜੀ ਹੈ ਜੀ ਉਹ ਕਲੀਅਰ ਕੱਟ ਡਿਸਕਸ ਕਰੋ ਤਾਂ ਕਿ ਉਸ ਨੂੰ ਕਵਰ ਕੀਤਾ ਜਾ ਸਕੇ, ਔਰ ਜਦੋਂ ਰੱਬ ਨਾ ਕਰੇ ਕਲੇਮ ਆਵੇ ਤੇ ਤੁਹਾਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬਿਲਕੁਲ। ਮੇਰਾ ਅਗਲਾ ਸਵਾਲ ਹੈ ਜੀ ਕਿ ਸੁਪਰ ਵੀਜ਼ਾ ਜਿਵੇਂ ਤੁਸੀਂ ਦੱਸਿਆ ਕਿ ਇਹ 1 ਸਾਲ ਵਾਸਤੇ ਤੁਹਾਨੂੰ ਲੈਣੀ ਪੈਂਦੀ ਹੈ, ਔਰ ਇਹ ਗਵਰਨਮੈਂਟ ਦੀ ਇੱਕ ਕੰਡੀਸ਼ਨ ਹੈ ਹਾਂਜੀ ਕਿ ਜਦੋਂ ਵੀ ਤੁਸੀਂ ਸੁਪਰ ਵੀਜ਼ਾ ਅਪਲਾਈ ਕਰਨਾ ਵਾ 1 ਸਾਲ ਦੀ ਇੰਸ਼ੋਰੈਂਸ ਜਿਹੜੀ ਆ ਮੈਡੀਕਲ ਇੰਸ਼ੋਰੈਂਸ ਉਹ ਲਈ ਹੋਣੀ ਚਾਹੀਦੀ ਹੈ। ਪਰ ਕਈ ਵਾਰੀ ਕੀ ਹੁੰਦਾ ਵਾ ਕਿ ਮੰਨ ਲਓ ਸਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇੱਥੇ ਆਏ ਹੋਏ ਨੇ, ਸਾਲ ਦੀ ਇੰਸ਼ੋਰੈਂਸ ਲਈ ਹੋਈ ਆ, ਇਨ ਕੇਸ ਉਹਨਾਂ ਨੂੰ ਕੋਈ ਬੈਕ ਹੋਮ ਐਮਰਜੈਂਸੀ ਆ ਗਈ, ਉਹਨਾਂ ਨੂੰ ਜਾਣਾ ਪੈ ਗਿਆ, ਜਾਂ ਕੋਈ ਵਿਜ਼ਟਰ ਵੀਜ਼ੇ ਤੇ ਆਇਆ ਵਾ, ਉਹਨੇ 6 ਮਹੀਨੇ ਦੀ ਇੰਸ਼ੋਰੈਂਸ ਲਈ ਆ, ਆਫਟਰ 3-4 ਮੰਥਸ ਉਹਨੂੰ ਵੀ ਕਿਤੇ ਵਾਪਸ ਜਾਣ ਦੀ ਕੋਈ ਨੀਡ ਜਿਹੜੀ ਆ ਫੀਲ ਹੁੰਦੀ ਹੈ। ਸੋ ਇਨ ਦੈਟ ਕੇਸ ਕੀ ਉਹਨਾਂ ਦੇ ਜਿਹੜੇ ਬਾਕੀ ਪੇਮੈਂਟ ਕੀਤੀ ਹੋਈ ਆ ਉਹ ਵਾਪਸ ਹੋ ਸਕਦੀ ਆ? ਅਗਰ ਯੈਸ ਤੇ ਉਹਦੀਆਂ ਕੰਡੀਸ਼ਨਸ ਕੀ ਨੇ ਜੀ? ਹਾਂਜੀ, ਇਹ ਕੰਡੀਸ਼ਨ ਇਹਦੀ ਵਾਪਸ ਉਹਨਾਂ ਨੂੰ ਜਿਹੜੇ ਵੀ ਉਹਨਾਂ ਨੇ ਪ੍ਰੀਮੀਅਮ ਦਿੱਤਾ ਹੋਇਆ ਹੈ ਉਹਦੀ ਪਰਸੈਂਟੇਜ ਵਾਪਸ ਉਹਨਾਂ ਨੂੰ ਮਿਲ ਜਾਂਦੀ ਹੈ, ਬਟ ਉਹਦੀ ਕੰਡੀਸ਼ਨ ਇਹ ਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਕੋਈ ਕਲੇਮ ਨਹੀਂ ਹੋਣਾ ਚਾਹੀਦਾ ਜੀ। ਫੋਰ ਜਿਵੇਂ ਅਗਰ ਕੋਈ ਸੁਪਰ ਵੀਜ਼ਾ ਤੇ ਆਇਆ ਹੈ ਤੇ ਉਹ ਸਾਲ ਦੇ ਉਹਨੇ ਪ੍ਰੀਮੀਅਮ ਪੇ ਕੀਤਾ ਹੋਇਆ ਹੈ, ਬਟ ਉਹ 2-3 ਮਹੀਨੇ ਦੇ ਵਿੱਚ ਹੀ ਵਾਪਸ ਚਲਾ ਗਿਆ, ਤਾਂ ਅਗਰ ਉਹਨਾਂ 2-3 ਮਹੀਨਿਆਂ ਦੇ ਵਿੱਚ ਉਹਦਾ ਕੋਈ ਵੀ ਕਲੇਮ ਨਹੀਂ ਆਇਆ ਹੈਗਾ ਤਾਂ ਉਹਦਾ ਪੀਰੀਅਡ ਬਚ ਗਿਆ ਹੈਗਾ, ਜਦੋਂ ਉਹ ਵਾਪਸ ਚਲਾ ਗਿਆ ਹੈ ਤੇ ਉਹਦੀ ਪ੍ਰੀਮੀਅਮ ਰੀਇੰਬਰਸ ਹੋ ਜਾਏਗਾ। ਸੇਮ ਵਿਦ ਵਿਜ਼ਿਟਰ ਵੀਜ਼ਾ। ਤੇ ਉਹਦੀ ਕੋਈ ਕੰਡੀਸ਼ਨ ਹੁੰਦੀ ਹੈ ਜੀ? ਉਹਦੀ ਕੋਈ ਲਾਈਕ ਲੀਗਲ ਫਾਰਮੈਲਿਟੀ, ਕੋਈ ਪੇਪਰ ਵਰਕ ਜਾਂ ਕੋਈ ਪ੍ਰੂਫ ਤੁਹਾਨੂੰ ਪੇਸ਼ ਕਰਨਾ ਪੈਂਦਾ ਵੀ ਇਹ ਬੰਦਾ ਜਿਹੜਾ ਬਸ ਹੁਣ ਇੰਡੀਆ ਜਾਂ ਕਿਸੇ ਹੋਰ ਦੇਸ਼ ਜਿੱਥੋਂ ਆਇਆ ਸੀ ਵਾਪਸ ਜਾ ਚੁੱਕਿਆ? ਹਾਂਜੀ। ਤੇ ਜਦੋਂ ਜਿਹੜਾ ਵਿਜ਼ਿਟਰ ਇੱਥੇ ਆਇਆ ਹੋਇਆ, ਜਦੋਂ ਉਹ ਵਾਪਸ ਜਾਏਗਾ ਤੇ ਉਹਨੂੰ ਜਿਹੜਾ ਉਹਦਾ ਬੋਰਡਿੰਗ ਪਾਸ ਹੈਗਾ, ਉਹਦੀ ਬੋਰਡਿੰਗ ਪਾਸ ਦੀ ਉਹਨੂੰ ਪਿਕਚਰਸ ਕਲਿੱਕ ਕਰਕੇ ਤੇ ਉਹਨੂੰ ਕੰਪਨੀ ਨੂੰ ਪ੍ਰੋਵਾਈਡ ਕਰਨਾ, ਉਹਦੇ ਬੋਰਡਿੰਗ ਪਾਸ ਪ੍ਰੋਵਾਈਡ ਕਰਨਾ ਹੈਗਾ ਕਿ ਦੇਖੋ ਉਹਨਾਂ ਨੂੰ ਪ੍ਰੂਫ ਦੇਣਾ ਕਿ ਹਾਂ ਜੀ ਦੇਖੋ ਹੁਣ ਮੈਂ ਇਸ ਟਾਈਮ ਤੇ ਵਾਪਸ ਚੱਲਿਆ, ਤਾਂ ਕਿ ਫਿਰ ਉਹਦੇ ਜਿਹੜੀ ਕੰਪਨੀ ਕੁਝ ਐਡਮਿਨਿਸਟ੍ਰੇਟਿਵ ਚਾਰजेस ਚਾਰਜ ਕਰਦੀ ਹੈਗੀ ਹੈ ਤੇ ਬਾਕੀ ਦਾ ਅਮਾਉਂਟ ਉਹਨਾਂ ਨੂੰ ਵਾਪਸ ਕਰ ਦਿੰਦੀ ਹੈ। ਜਿਹੜਾ ਸਪਾਂਸਰ ਜਿਹਨੇ ਉਹਨੂੰ ਸਪਾਂਸਰ ਕੀਤਾ ਹੁੰਦਾ ਉਹਦੇ ਕਾਰਡ ਦੇ ਵਿੱਚ ਉਹ ਪੈਸੇ ਵਾਪਸ ਚਲੇ, ਮਤਲਬ ਜਿਹੜੇ ਵੀ ਕਾਰਡ ਤੋਂ ਪੇਮੈਂਟ ਕੀਤੀ ਸੀਗੀ ਉਸ ਕਾਰਡ ਦੇ ਵਿੱਚ ਉਹ ਜਿਹੜਾ ਰਿਫੰਡ ਆ ਜਾਂਦਾ। ਹਾਂਜੀ। ਸੋ ਕਹਿਣ ਦਾ ਮਤਲਬ ਆ ਕਿ ਅਗਰ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਜਿਹੜੇ ਨੇ ਉਹ ਵਾਪਸ ਜਾ ਰਹੇ ਨੇ ਔਰ ਉਹਨਾਂ ਦਾ ਜੇ ਟਾਈਮ ਰਹਿੰਦਾ ਸੀਗਾ 3-4 ਮਹੀਨੇ, ਤੇ ਤੁਸੀਂ ਉਹਨਾਂ ਦੇ ਬੋਰਡਿੰਗ ਪਾਸ ਦੀ ਫੋਟੋ ਜਿਹੜੀ ਖਿੱਚ ਕੇ ਆਪਣੇ ਐਡਵਾਈਜ਼ਰ ਨੂੰ ਦਿਓਗੇ ਤੇ ਐਡਵਾਈਜ਼ਰ ਜਿਹੜਾ ਵਾ ਉਹ ਕੰਪਨੀ ਤੱਕ ਪਹੁੰਚ ਕਰੇਗਾ ਤੇ ਇਨ ਦੈਟ ਕੇਸ ਤੁਹਾਡਾ ਰਿਫੰਡ ਜਿਹੜਾ ਵਾ ਉਹ ਵਾਪਸ ਮਿਲ ਸਕਦਾ। ਇੱਕ ਹੋਰ ਸਵਾਲ ਹੈ ਜੀ ਕਿ ਜਦੋਂ ਆਪਾਂ ਗੱਲ ਕੀਤੀ ਵੀ ਇੱਕ ਪ੍ਰੀ ਕੰਡੀਸ਼ਨ ਆ, ਗਵਰਨਮੈਂਟ ਆਫ ਕੈਨੇਡਾ ਨੇ ਕਿਹਾ ਵੀ ਅਗਰ ਤੁਸੀਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ ਤੇ ਤੁਹਾਨੂੰ ਉਹਨਾਂ ਦੀ 1 ਸਾਲ ਦੀ ਇੰਸ਼ੋਰੈਂਸ ਲੈਣੀ ਪਵੇਗੀ, ਯਾਨੀ ਕਿ ਪੇ ਕਰਨਾ ਪਵੇਗਾ। ਇਨ ਕੇਸ ਰੱਬ ਨਾ ਕਰੇ, ਕਿਉਂਕਿ ਐਪਲੀਕੇਸ਼ਨਸ ਕਾਫੀ ਜ਼ਿਆਦਾ ਆਉਂਦੀਆਂ ਨੇ, ਸਾਰੇ ਇੰਨੇ ਕਿਸਮਤ ਵਾਲੇ ਨਹੀਂ ਹੁੰਦੇ ਵੀ ਸਾਰਿਆਂ ਦਾ ਹੀ ਸੁਪਰ ਵੀਜ਼ਾ ਜਿਹੜਾ ਵਾ ਉਹ ਮਿਲ ਜਾਵੇ। ਇਨ ਕੇਸ ਕਿਸੇ ਦੀ ਫਾਈਲ ਜਿਹੜੀ ਆ ਰਿਫਿਊਜ਼ ਹੋ ਜਾਂਦੀ ਹੈ, ਉਸ ਕੇਸ ਦੇ ਵਿੱਚ ਜਿਹੜੀ ਤੁਸੀਂ 1 ਸਾਲ ਦੀ ਇੰਸ਼ੋਰੈਂਸ ਪੇ ਕੀਤੀ ਹੁੰਦੀ ਆ ਉਹ ਕੀ ਵਾਪਸ ਮਿਲ ਜਾਂਦੀ ਹੈ ਜੀ? ਹਾਂਜੀ, ਉਹਦਾ ਤੁਸੀਂ ਆਪਣੇ ਜਿਹੜੀ ਇੰਸ਼ੋਰੈਂਸ ਕੰਪਨੀ ਹੈਗੀ ਹੈ ਜਾਂ ਤੁਹਾਡਾ ਐਡਵਾਈਜ਼ਰ ਹੈਗਾ, ਤੁਸੀਂ ਉਹਨਾਂ ਨੂੰ ਦੱਸੋ ਕਿ ਤੁਹਾਡਾ ਵੀਜ਼ਾ ਅਪਰੂਵ ਨਹੀਂ ਹੋਇਆ ਹੈਗਾ ਤੇ ਤੁਹਾਨੂੰ 100% ਤੁਹਾਡੀ ਮਨੀ ਰੀਇੰਬਰਸ ਹੋ ਜਾਂਦੀ ਹੈ। ਤੇ ਉਹਦਾ ਵੀ ਤੁਹਾਨੂੰ ਕੋਈ ਪ੍ਰੂਫ ਦੇਣਾ ਪੈਂਦਾ ਵਾ ਕਿ ਆ ਭਾਈ ਮੈਂ ਇਮੀਗ੍ਰੇਸ਼ਨ ਅਪਲਾਈ ਕੀਤਾ ਸੀਗਾ, ਆ ਮੇਰਾ ਫਾਈਲ ਨੰਬਰ ਆ ਤੇ ਆ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਰਿਫਿਊਜ਼ਲ ਆ ਗਈ ਹੈ, ਇਹਦਾ ਕੋਈ ਲੈਟਰ ਦੇਣਾ? ਹਾਂਜੀ, ਇਹ ਸਾਰੇ ਡਾਕੂਮੈਂਟਸ ਤੁਹਾਨੂੰ ਸ਼ੋ ਕਰਨੇ ਪੈਂਦੇ, ਜਿੱਥੇ ਤੁਹਾਡਾ ਰਿਫਿਊਜ਼ਲ ਲੱਗਿਆ ਹੋਇਆ ਹੈ, ਤੁਹਾਡਾ ਫਾਈਲ ਨੰਬਰ, ਐਵਰੀਥਿੰਗ ਤੁਹਾਨੂੰ ਸ਼ੋ ਕਰਨਾ ਪੈਂਦਾ ਹੈ। ਜੈਸਮੀਤ ਜੀ, ਸੁਪਰ ਵੀਜ਼ਾ ਇੰਸ਼ੋਰੈਂਸ ਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਬਾਰੇ ਹੋਰ ਵੀ ਕਾਫੀ ਗੱਲਾਂ ਬਾਤਾਂ ਲੈਣੀਆਂ ਨੇ। ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ। ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਸੰਪਰਕ ਨੰਬਰ ਜ਼ਰੂਰ ਸਾਂਝਾ ਕਰ ਦਿਓ। ਜੀ ਬਿਲਕੁਲ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਨਾਲ ਕੰਮ ਕਰਦੀ ਹਾਂ, ਤੇ ਜੇ ਤੁਹਾਨੂੰ ਇੰਸ਼ੋਰੈਂਸ ਦੇ ਰਿਲੇਟਡ ਕੋਈ ਵੀ ਤੁਹਾਡੀ ਕੁਐਰੀ ਹੈਗੀ ਹੈ ਜਾਂ ਤੁਹਾਡਾ ਕੋਈ ਵੀ ਡਾਊਟ ਹੈਗਾ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 7807004503
ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ, 780 745 ਤੇ ਜਾਂ ਫਿਰ ਤੁਸੀਂ ਆਫਿਸ ਵੀ ਆ ਸਕਦੇ ਹੋ। ਆਫਿਸ ਦਾ ਸਾਡਾ ਐਡਰੈਸ ਹੈਗਾ 9130 34A ਐਵੇਨਿਊ ਐਡਮਿੰਟਨ। ਬਿਲਕੁਲ ਜੀ, ਇੱਥੇ ਆਪਾਂ ਬ੍ਰੇਕ ਲੈਂਦੇ ਹਾਂ ਔਰ ਬ੍ਰੇਕ ਤੋਂ ਬਾਅਦ ਇਸ ਗੱਲਬਾਤ ਨੂੰ ਅਸੀਂ ਜਾਰੀ ਰੱਖਾਂਗੇ। ਪ੍ਰੋਗਰਾਮ ਐਡਮਿੰਟਨ ਡੈਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਤੋਂ ਫਿਰ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਸੀ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਇੰਸ਼ੋਰੈਂਸ ਐਡਵਾਈਜ਼ਰ ਜਸਮੀਤ ਕੌਰ ਜੀ ਦੇ ਨਾਲ। ਜਸਮੀਤ ਜੀ, ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਚੱਲ ਰਹੀ ਸੀ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਬਾਰੇ ਗੱਲ ਚੱਲ ਰਹੀ ਸੀ ਔਰ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਗੱਲ ਕੀਤੀ ਕਿ ਕੈਨੇਡਾ ਦੀ ਸਰਕਾਰ ਵੱਲੋਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਟਰੈਵਲਿੰਗ ਨੂੰ ਲੈ ਕੇ। ਸੋ ਕੀ ਤਬਦੀਲੀਆਂ ਨੇ ਜਿਹੜੀਆਂ ਕਿ ਸਾਡੇ ਜਿਹੜੇ ਵਿਜ਼ਟਰਸ ਨੇ, ਜਿਹੜੇ ਸੁਪਰ ਵੀਜ਼ਾ 'ਤੇ ਆ ਰਹੇ ਨੇ ਜਾਂ ਵਿਜ਼ਟਰ ਵੀਜ਼ਾ 'ਤੇ ਆ ਰਹੇ ਨੇ, ਉਹਨਾਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ? ਗਵਰਨਮੈਂਟ ਨੇ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ। ਸਭ ਤੋਂ ਪਹਿਲਾਂ ਤਾਂ ਦਸੰਬਰ 31 2020 ਨੂੰ ਜੀ ਕਿ ਜਿਹੜਾ ਵੀ ਟਰੈਵਲਰ ਹੈਗਾ ਵਿਜ਼ਿਟਰ ਵੀਜ਼ਾ, ਇਹ ਮੈਂ ਸਾਰਿਆਂ ਦੀ ਗੱਲ ਕਰ ਰਹੀ ਹਾਂ, ਜਿਹੜਾ ਵਿਜ਼ਿਟਰ ਵੀਜ਼ਾ ਤੇ ਵੀ ਆ ਰਿਹਾ ਜਾਂ ਫਿਰ ਸੁਪਰ ਵੀਜ਼ਾ ਤੇ ਵੀ ਆ ਰਿਹਾ ਜੀ, 5 ਸਾਲ ਤੋਂ ਉੱਪਰ ਦਾ ਕੋਈ ਵੀ ਟਰੈਵਲਰ ਹੈਗਾ, ਉਹਦੇ ਕੋਲ ਨੈਗੇਟਿਵ COVID-19 ਨੈਗੇਟਿਵ ਟੈਸਟ ਰਿਜ਼ਲਟ ਹੋਣਾ ਬਹੁਤ ਜ਼ਰੂਰੀ ਹੈ। ਯਾਨੀ ਕਿ ਆਪਣੇ ਹੋਮ ਕੰਟਰੀ ਤੋਂ ਕਰਾ ਕੇ, ਹਾਂਜੀ, ਹੋਮ ਕੰਟਰੀ ਤੋਂ ਕਰਾ ਕੇ ਇੱਥੇ ਪਹੁੰਚੇਗਾ ਤੇ ਇੱਥੇ ਉਹਦਾ ਦੁਬਾਰਾ ਤੋਂ ਕੋਵਿਡ ਟੈਸਟ ਹੋਏਗਾ। ਕੋਵਿਡ 에ਅਰਪੋਰਟ ਤੇ ਪਹੁੰਚ ਕੇ, ਜਿਹੜੇ ਵੀ 4 에ਅਰਪੋਰਟਸ ਹੈਗੇ ਆ ਗਵਰਨਮੈਂਟ ਆਫ ਕੈਨੇਡਾ ਦੇ ਅਕੋਰਡਿੰਗ, ਜਿਹੜੇ 4 에ਅਰਪੋਰਟਸ ਆ ਉਹ ਕਿਤੇ ਵੀ ਲੈਂਡ ਕਰਦਾ ਹੈ ਤਾਂ ਉਹਦਾ ਦੁਬਾਰਾ ਤੋਂ ਇੱਥੇ ਕੋਵਿਡ ਟੈਸਟ ਹੋਏਗਾ। ਟੈਸਟ ਔਨ ਅਰਾਈਵਲ ਕਹਿੰਦੇ ਹਾਂਜੀ ਹਾਂਜੀ ਹਾਂਜੀ, ਕੋਵਿਡ ਟੈਸਟ ਹੋਏਗਾ ਤੇ ਉਸ ਦੌਰਾਨ ਉਹਨਾਂ ਨੂੰ ਜਿਹੜਾ ਵੀ ਟਰੈਵਲਰਸ ਆਏ ਹੈਗੇ ਆ ਉਹਨਾਂ ਨੂੰ ਗਵਰਨਮੈਂਟ ਅਪਰੂਵਡ ਹੋਟਲਸ ਦੇ ਵਿੱਚ 3 ਰਾਤਾਂ ਲਈ ਆਪਣੇ ਲਈ ਰੂਮ ਬੁੱਕ ਕਰਾਉਣਾ ਪਏਗਾ ਜੀ। ਤੇ ਉਸ ਤੋਂ ਬਾਅਦ 3 ਦਿਨ ਦੇ ਵਿੱਚ 72 ਆਵਰਸ ਦੇ ਵਿੱਚ ਉਹਨਾਂ ਦਾ ਕੋਵਿਡ ਰਿਜ਼ਲਟ ਆਏਗਾ। ਜੇ ਤਾਂ ਨੈਗੇਟਿਵ ਆ ਗਿਆ ਫਿਰ ਤਾਂ ਉਹ ਆਪਣੀ ਜਿਹੜੀ ਵੀ ਉਹਨਾਂ ਦੀ ਡੈਸਟੀਨੇਸ਼ਨ ਹੈਗੀ, ਜਿੱਥੇ ਵੀ ਉਹਨਾਂ ਦਾ ਘਰ ਹੈਗਾ, ਜਿਹੜੇ ਸਪਾਂਸਰ ਦਾ ਘਰ ਹੈਗਾ, ਉੱਥੇ ਉਹ ਜਾ ਸਕਦੇ ਆ। ਤੇ ਉੱਥੇ ਜਿਹੜੇ ਬਚੇ ਹੋਏ 10 ਜਾਂ 11 ਦਿਨ ਹੈਗੇ ਆ, ਉਹ ਫਿਰ ਉਹਨਾਂ ਨੂੰ ਆਪਣੇ ਘਰ ਜਾ ਕੇ ਉੱਥੇ ਫਿਰ ਤੋਂ ਕੁਆਰੰਟਾਈਨ ਕਰਨਾ ਪਏਗਾ। ਸੋ ਕੁਆਰੰਟਾਈਨ ਕਰਨਾ ਪਏਗਾ, ਆਈਸੋਲੇਸ਼ਨ ਕਰਨੀ ਪਏਗੀ। ਉਹ ਕਿਤੇ ਬਾਹਰ ਨਹੀਂ ਜਾ ਸਕਦੇ। ਤੇ ਇਹ ਸਪਾਂਸਰ ਦੀ ਰਿਸਪੌਂਸਿਬਿਲਿਟੀ ਹੈਗੀ ਹੈ ਕਿ ਜਿਹੜੇ ਟਰੈਵਲਰਸ ਜਿਹੜੇ ਉਹਨਾਂ ਦੇ ਰਿਲੇਟਿਵਸ ਆਏ ਹੈਗੇ ਆ, ਉਹਨਾਂ ਨੂੰ ਅਲੱਗ ਤੋਂ ਸੈਪਰੇਟ ਰੂਮ ਪ੍ਰੋਵਾਈਡ ਕਰਨ ਤੇ ਅਗਰ ਪੋਸੀਬਲ ਹੋਵੇ ਤਾਂ ਸੈਪਰੇਟ ਵਾਸ਼ਰੂਮ ਜਾਂ ਜਿਹੜੀ ਵੀ ਫੈਸਿਲਿਟੀਜ਼ ਚਾਹੀਦੀਆਂ ਹੁੰਦੀਆਂ ਉਹਨਾਂ ਨੂੰ ਪ੍ਰੋਵਾਈਡ ਕਰੇ ਤਾਂ ਕਿ ਉਹਨਾਂ ਦਾ ਆਈਸੋਲੇਸ਼ਨ ਠੀਕ ਢੰਗ ਨਾਲ ਹੋ ਸਕੇ ਜੀ। ਤੇ ਜੇ ਉਹਨਾਂ ਦਾ ਟੈਸਟ ਰਿਜ਼ਲਟ ਪੋਜ਼ਿਟਿਵ ਆਉਂਦਾ ਹੈ ਫਿਰ ਜਿਹੜੇ ਵੀ ਟਰੈਵਲਰਸ ਹੈਗੇ ਆ, ਫਿਰ ਉਹਨਾਂ ਨੂੰ ਜਿਹੜੇ ਗਵਰਨਮੈਂਟ ਦੇ ਸੈਂਟਰਸ ਹੈਗੇ ਆ ਕੋਵਿਡ ਵਾਲੇ, ਫਿਰ ਤਾਂ ਉਹਨਾਂ ਨੂੰ ਉੱਥੇ ਜਾਣਾ ਪਏਗਾ। ਡੈਫੀਨਿਟਲੀ ਫਿਰ ਉਹਨਾਂ ਦੇ ਟ੍ਰੀਟਮੈਂਟ ਦਾ ਪ੍ਰੋਸੈਸ ਸਟਾਰਟ ਹੋ ਜਾਵੇਗਾ। ਹਾਂਜੀ ਬਿਲਕੁਲ ਜੀ। ਅਗਰ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ, ਪੇਰੈਂਟਸ, ਗ੍ਰੈਂਡ ਪੇਰੈਂਟਸ ਆ ਰਹੇ ਨੇ ਔਰ ਉਹਨਾਂ ਲਈ ਇਹ ਚੀਜ਼ਾਂ ਜਿਹੜੀਆਂ ਨੇ ਮੈਂਡੇਟਰੀ ਨੇ, ਉਹਨਾਂ ਦਾ ਕੋਵਿਡ ਦਾ ਟੈਸਟ ਜਿਹੜਾ ਹੈ ਉਹ ਨੈਗੇਟਿਵ ਰਿਪੋਰਟ ਬੈਕ ਹੋਮ ਤੋਂ ਲੈ ਕੇ ਆਉਣ, ਫਿਰ ਉਹਨਾਂ ਦਾ ਟੈਸਟ ਔਨ ਅਰਾਈਵਲ ਕੀਤਾ ਜਾਵੇਗਾ ਜਿਹੜੇ ਕੈਨੇਡਾ ਦੇ 4 ਨਿਰਧਾਰਿਤ 에ਅਰਪੋਰਟ ਨੇ। ਉੱਥੋਂ ਫਿਰ ਉਹਨਾਂ ਨੂੰ ਹੋਟਲਸ ਦੇ ਵਿੱਚ ਜਾਣਾ ਪਵੇਗਾ ਜਿਹੜੇ ਗਵਰਨਮੈਂਟ ਅਪਰੂਵਡ ਨੇ ਔਰ ਉੱਥੇ ਜਦੋਂ ਉਹਨਾਂ ਦਾ ਪੋਜ਼ਿਟਿਵ ਨਹੀਂ ਆਏਗਾ ਯਾਨੀ ਕਿ ਨੈਗੇਟਿਵ ਰਿਜ਼ਲਟ ਆ ਜਾਏਗਾ ਤੇ ਫਿਰ ਉਹ ਆਪਣੇ ਡੈਸਟੀਨੇਸ਼ਨ ਜਿਹੜਾ ਹੈ ਉੱਥੇ ਜਾ ਸਕਦੇ ਨੇ, ਉੱਥੇ ਕੁਆਰੰਟਾਈਨ ਉਹਨਾਂ ਨੂੰ ਕਰਨਾ ਪਵੇਗਾ। ਸੋ ਇਹ ਤਾਂ ਗੱਲ ਹੋ ਗਈ ਜੀ ਕਿ ਜਿਹੜੇ ਇੱਥੇ ਪਹੁੰਚ ਚੁੱਕੇ ਨੇ, ਉੱਥੋਂ ਨੈਗੇਟਿਵ ਰਿਪੋਰਟ ਲੈ ਕੇ ਆਏ ਸੀ, 에ਅਰਪੋਰਟ ਤੋਂ ਵੀ ਉਹਨਾਂ ਨੂੰ ਨੈਗੇਟਿਵ ਰਿਪੋਰਟ ਮਿਲ ਗਈ, ਘਰੋਂ ਘਰੀ ਚਲ ਗਏ, ਹਾਂਜੀ, ਆਈਸੋਲੇਸ਼ਨ ਕਰ ਲਿਆ, ਹਾਂਜੀ, ਕੁਆਰੰਟਾਈਨ ਦੇ 14 ਦਿਨ ਵੀ ਪੂਰੇ ਹੋ ਗਏ। ਹਾਂਜੀ, ਹੁਣ ਰੱਬ ਨਾ ਕਰੇ ਕੋਈ ਵੀ ਇਨਸਾਨ ਜਿਹੜਾ ਵਿਜ਼ਟਰ ਵੀਜ਼ੇ ਤੇ ਆਇਆ ਜਾਂ ਸੁਪਰ ਵੀਜ਼ਾ ਤੇ ਆਇਆ ਹੋਇਆ ਔਰ ਉਹਨੇ ਇੰਸ਼ੋਰੈਂਸ ਲਈ ਹੋਈ ਹੈ, 15 ਦਿਨ, ਮਹੀਨੇ, 2 ਮਹੀਨਿਆਂ ਬਾਅਦ ਅਗਰ ਉਹਨਾਂ ਨੂੰ ਕੋਵਿਡ ਦੀ ਸ਼ਿਕਾਇਤ ਆ ਜਾਂਦੀ ਹੈ, ਸਿੰਪਟਮਸ ਨਜ਼ਰ ਆਉਣ ਲੱਗ ਪੈਂਦੇ ਨੇ, ਉਹਨਾਂ ਹਾਲਾਤਾਂ ਦੇ ਵਿੱਚ ਕੀ ਜਿਹੜੀਆਂ ਇਹ ਕੰਪਨੀਆਂ ਇੰਸ਼ੋਰੈਂਸ ਪ੍ਰੋਵਾਈਡ ਕਰਦੀਆਂ ਨੇ ਉਹ ਕਵਰੇਜ ਹੋਏਗੀ ਜੀ? ਇਹ ਐਕਚੁਅਲੀ ਜਿੰਨੀ ਵੀ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਸਭ ਦੇ ਡਿਫਰੈਂਟ ਰੂਲਸ ਤੇ ਰੈਗੂਲੇਸ਼ਨਸ ਹੈਗੇ ਆ ਜੀ। ਤੇ ਇਹ ਜਿਹੜਾ ਤੁਹਾਨੂੰ ਆਪਣੇ ਐਡਵਾਈਜ਼ਰ ਨਾਲ ਚੈੱਕ ਕਰਨਾ ਪਏਗਾ ਜਾਂ ਫਿਰ ਤੁਹਾਨੂੰ ਜਿਹੜੀ ਵੀ ਤੁਹਾਡੀ ਇੰਸ਼ੋਰੈਂਸ ਕੰਪਨੀ ਹੈਗੀ, ਤੁਹਾਨੂੰ ਉਹਨਾਂ ਦੇ ਰੂਲਸ ਤੇ ਰੈਗੂਲੇਸ਼ਨਸ ਚੈੱਕ ਕਰਨੇ ਪੈਣਗੇ ਕਿ ਤੁਹਾਨੂੰ ਇਸ ਚੀਜ਼ ਦੀ ਕਵਰੇਜ, ਇਹ ਤੁਹਾਡਾ ਪਾਲਿਸੀ ਵਰਡਿੰਗ ਦੇ ਵਿੱਚ ਸਾਰਾ ਕੁਝ ਮੈਂਸ਼ਨਡ ਹੁੰਦਾ ਹੈ। ਤੁਹਾਨੂੰ ਚੈੱਕ ਕਰਨਾ ਪਏਗਾ ਕਿ ਤੁਹਾਡੀ ਇੰਸ਼ੋਰੈਂਸ ਕੰਪਨੀ ਇਸ ਚੀਜ਼ ਨੂੰ ਕਵਰ ਕਰਦੀ ਹੈ ਜਾਂ ਨਹੀਂ ਕਰਦੀ। ਸੋ ਰਾਈਟ ਨਾਓ ਐਜ਼ ਪਰ ਯੋਰ ਬੈਸਟ ਨੌਲੇਜ ਕੀ ਕੋਈ ਇਹੋ ਜਿਹੀਆਂ ਕੰਪਨੀਆਂ ਹੈਗੀਆਂ ਵਾ ਕਿ ਜਿਹੜੀਆਂ ਕੋਵਿਡ ਨਾਲ ਰਿਲੇਟਡ ਜਿਹੜੀਆਂ ਪ੍ਰੋਬਲਮਸ ਨੇ, ਮੈਡੀਕਲ ਕੰਡੀਸ਼ਨਸ ਨੇ, ਉਹਨਾਂ ਨੂੰ ਕਵਰ ਕਰਦੀਆਂ ਹੋਣ? ਹਾਂਜੀ, ਇੱਕ ਅਸੀਂ ਐਸੀ ਕੰਪਨੀ ਨਾਲ ਕੰਮ ਕਰਦੇ ਹਾਂ ਜਿਹਦਾ ਨਾਮ ਹੈਗਾ ਟਰੈਵਲੈਂਸ ਜੀ। ਟਰੈਵਲੈਂਸ ਤੁਹਾਨੂੰ COVID-19 ਦਾ ਜਿਹੜਾ ਵੀ ਹੈਗਾ ਤੁਹਾਨੂੰ ਉਹਦਾ ਵੀ ਕਲੇਮ ਦੇਗੀ। ਸੋ ਟਰੈਵਲੈਂਸ ਆ ਜਾਂ ਹੋਰ ਵੀ ਕੰਪਨੀਆਂ ਹੋ ਸਕਦੀਆਂ ਨੇ? ਹਾਂਜੀ, ਹੋਰ ਵੀ ਹੋ ਸਕਦੀਆਂ। ਮੈਂ ਜਿੱਦਾਂ ਕਿ ਮੈਂ ਕਿਹਾ ਡਿਫਰੈਂਟ ਕੰਪਨੀਆਂ ਦੇ ਆਪਣੇ ਰੂਲਸ ਰੈਗੂਲੇਸ਼ਨਸ ਹੈਗੀਆਂ ਇੱਦਾਂ ਦੀ ਕੰਪਨੀਆਂ ਜਿਹੜੇ ਕਿ COVID-19 ਕਵਰ ਕਰਦੀਆਂ। ਸੋ ਬੈਸਟ ਵੇ ਇਹੀ ਹੈ ਜੀ, ਤੁਸੀਂ ਆਪਣੇ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਗੱਲਬਾਤ ਕਰੋ, ਉਹਨਾਂ ਨਾਲ ਚੈੱਕ ਕਰੋ ਵੀ ਕਿਹੜੀਆਂ
ਇੰਸ਼ੋਰੈਂਸ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਬੈਸਟ ਸਰਵਿਸਿਜ਼ ਬੈਸਟ ਕਵਰੇਜ ਜਿਹੜੀਆਂ ਨੇ ਉਹ ਪ੍ਰੋਵਾਈਡ ਕਰ ਸਕਦੀਆਂ ਨੇ। ਹੁਣ ਆਪਾਂ ਚੱਲਦੇ ਹਾਂ ਜੀ ਇੱਕ ਹੋਰ ਅਹਿਮ ਸਵਾਲ ਆ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਸੁਪਰਵਾਈਜ਼ਰ ਇੰਸ਼ੋਰੈਂਸ ਦੀ, ਤੇ ਸਾਲ ਇੱਕ ਦੀ ਇਕੱਠੀ ਇੰਸ਼ੋਰੈਂਸ ਲੈਣੀ ਇਟਸ ਵੈਰੀ ਐਕਸਪੈਂਸਿਵ। ਬਿਲਕੁਲ ਪੋਸੀਬਲ ਨਹੀਂ ਹੁੰਦਾ ਕਈ ਪਰਿਵਾਰਾਂ ਦੇ ਲਈ, ਕਈ ਕੈਨੇਡੀਅਨ ਸਿਟੀਜ਼ਨਸ ਜਾਂ PR ਦੇ ਲਈ ਕਿ ਇੰਨੀ ਵੱਡੀ ਅਮਾਊਂਟ ਜਿਹੜੀ ਹੈ ਆਪਣੀ ਜੇਬ ਦੇ ਵਿੱਚੋਂ ਖਰਚ ਕੀਤੀ ਜਾਵੇ। ਕੀ ਕੋਈ ਇਹੋ ਜਿਹੀ ਕੰਪਨੀ ਹੈਗੀ ਹੈ ਜਿਹੜੀ ਤੁਹਾਨੂੰ ਮੰਥਲੀ ਸਰਵਿਸਿਜ਼ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਦੀ ਹੈ, ਹੁਣ ਵੀ ਤੁਹਾਨੂੰ ਹਰ ਮਹੀਨੇ ਦੇ ਚਾਰਜਸ ਲੱਗਣਗੇ, ਤੁਹਾਨੂੰ ਇਕੱਠਾ ਸਾਲ ਦੀ ਪੇਮੈਂਟ ਕਰਨ ਦੀ ਲੋੜ ਨਹੀਂ? ਹਾਂਜੀ ਬਿਲਕੁਲ, ਸਾਡੇ ਕੋਲ ਇੱਦਾਂ ਦੀ ਵੀ ਇੱਕ ਕੰਪਨੀ ਹੈਗੀ ਹੈ ਜਿਹੜੀ ਤੁਹਾਨੂੰ ਮੰਥਲੀ ਪੇਮੈਂਟਸ ਦਾ ਜਿਹੜੀ ਤੁਹਾਨੂੰ ਇੱਕ ਆਪਸ਼ਨ ਪ੍ਰੋਵਾਈਡ ਕਰਦੀ ਹੈਗੀ ਹੈ ਜੀ। ਤੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਜਿਹੜੀ ਕੰਪਨੀ ਹੈਗੀ ਆ ਉਹਦਾ ਨਾਮ ਹੈਗਾ 21st ਸੈਂਚੁਰੀ ਜੀ। ਤੇ ਤੁਹਾਨੂੰ 2 ਮਹੀਨਿਆਂ ਦਾ ਜਿੰਨਾ ਵੀ ਤੁਹਾਡਾ ਪ੍ਰੀਮੀਅਮ ਬਣਦਾ ਪੂਰੇ ਸਾਲ ਦਾ, ਤੇ ਉਹਦੇ ਵਿੱਚ ਤੁਹਾਨੂੰ 2 ਮਹੀਨੇ ਦਾ ਪਹਿਲਾਂ ਤੋਂ ਜਿਹੜਾ ਸਪਾਂਸਰ ਹੈਗਾ ਉਹਨੂੰ ਉਹ ਜਮ੍ਹਾਂ ਕਰਾਉਣਾ ਪੈਂਦਾ ਹੈ, ਐਡਵਾਂਸ ਜਮ੍ਹਾਂ ਕਰਾਉਣਾ ਪੈਂਦਾ ਹੈ। ਹਾਂਜੀ, ਤੇ ਇਹ ਸਾਰੀ ਪੇਮੈਂਟ ਜਿਹੜੀ ਹੁੰਦੀਆਂ ਇਹ ਪ੍ਰੀ ਆਥੋਰਾਈਜ਼ਡ ਹੁੰਦੀਆਂ। ਜਦੋਂ ਇੱਥੇ ਟਰੈਵਲਰ ਆ ਗਿਆ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਜਿਹੜਾ ਵੀ ਕਾਰਡ ਹੈਗਾ, ਜਿਹੜਾ ਵੀ ਉਹਨਾਂ ਨੇ ਪੇਮੈਂਟ ਉਹਨਾਂ ਨੇ ਦਿੱਤਾ ਹੈ ਉਹਦੇ ਵਿੱਚੋਂ ਆਪਣੇ ਆਪ ਡਿਡਕਟ ਹੁੰਦੀ ਹੈ। ਸੁੱਤੀ ਜੀ ਜਿਹੜੀ ਕਿਸ਼ਤ ਆ ਉਹ ਜਦੋਂ ਟਰੈਵਲਰ ਜਾਂ ਇੱਥੇ ਵਿਜ਼ਟਰ ਆ ਜਾਂਦਾ ਵਾ ਤੇ ਉਦੋਂ ਚੱਕੀ ਜਾ ਸਕਦੀ ਹੈ। ਹਾਂਜੀ। ਸੋ ਇਹ ਗੱਲ ਤਾਂ ਹੋ ਗਈ ਜੀ, ਤੁਸੀਂ ਦੱਸਿਆ ਕਿ ਤੁਹਾਡੇ ਕੋਲ ਇੱਕ ਕੰਪਨੀ ਹੈ ਜਿਹੜੀ ਮੰਥਲੀ ਸਰਵਿਸਿਜ਼ ਵੀ ਪ੍ਰੋਵਾਈਡ ਕਰਦੀ ਆ, ਮੰਥਲੀ ਪਲਾਨ ਹੈਗਾ। ਹੁਣ ਕੁਐਸਚਨ ਇਹ ਆ ਕਿ ਕੀ ਮੰਥਲੀ ਜਿਹੜਾ ਕੰਪਨੀ ਪ੍ਰੋਵਾਈਡ ਕਰਦੀ ਆ ਜਾਂ ਜਿਹੜੀ ਐਨੂਅਲ ਪ੍ਰੋਵਾਈਡ ਕਰਦੀ ਉਹਨਾਂ ਦੇ ਰੇਟਸ ਦੇ ਵਿੱਚ ਕੋਈ ਫਰਕ ਹੈਗਾ ਜੀ? ਹਾਂਜੀ, ਕਿਉਂਕਿ ਹੁਣ ਤੁਹਾਨੂੰ ਉਹ ਮੰਥਲੀ ਫੈਸਿਲਿਟੀ ਦੇ ਰਹੇ ਆ ਤਾਂ ਇਹਦਾ ਚਾਰਜ ਤਾਂ ਹੋਏਗਾ ਹੀ ਜੀ। ਤੇ ਜਿਹੜਾ ਐਨੂਅਲ ਪੇਮੈਂਟ ਬਣਦੀ ਹੈ ਉਸ ਤੋਂ ਕੁਝ ਪਰਸੈਂਟੇਜ ਜ਼ਿਆਦਾ, ਸੋ ਐਡਮਿਨਿਸਟ੍ਰੇਟਿਵ ਚਾਰजेस ਪੈ ਜਾਂਦੇ ਆ। ਹਾਂਜੀ, ਉੱਪਰੋਂ ਦੀ ਐਡਮਿਨਿਸਟ੍ਰੇਟਿਵ ਚਾਰजेस ਪੈਂਦੇ ਆ, ਮੰਥਲੀ ਚਾਰजेस ਅਗਰ ਤੁਸੀਂ ਆਪਟ ਕਰਦੇ ਹੋ ਤਾਂ ਜੀ। ਹਾਂਜੀ, ਜਦੋਂ ਅਸੀਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਇੱਕ ਟਰਮ ਬੜੀ ਮਹੱਤਵਪੂਰਨ ਹੁੰਦੀ ਆ, ਡਿਡਕਟੇਬਲ। ਸੋ ਆਸਾਨ ਸ਼ਬਦਾਂ ਦੇ ਵਿੱਚ ਇਹ ਦੱਸਿਓ ਕਿ ਡਿਡਕਟੇਬਲ ਹੁੰਦੇ ਕੀ ਨੇ ਔਰ ਕਿਹੜਾ ਡਿਡਕਟੇਬਲ ਆ ਜਿਹੜਾ ਕਿ ਬੈਸਟ ਆ? ਡਿਡਕਟੇਬਲ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਮੰਨ ਲਓ ਤੁਹਾਨੂੰ ਕੋਈ ਕਲੇਮ ਆ ਗਿਆ, ਤੁਹਾਨੂੰ ਕੋਈ ਪ੍ਰੋਬਲਮ ਆ ਗਈ, ਤੁਸੀਂ ਕੰਪਨੀ ਨੂੰ ਕਲੇਮ ਪਾਇਆ ਜੀ, ਤੇ ਜਿਹੜਾ ਤੁਹਾਡਾ ਟੋਟਲ ਕਲੇਮ ਦਾ ਅਮਾਉਂਟ ਹੈਗਾ, ਮੰਨ ਲਓ ਤੁਹਾਡਾ 25000 ਦਾ ਕਲੇਮ ਬਣਦਾ ਹੈ ਤੇ ਤੁਸੀਂ ਡਿਡਕਟੇਬਲ ਆਪਸ਼ਨ ਚੂਜ਼ ਕੀਤੀ ਹੈਗੀ ਹੈ, ਮੰਨ ਲਓ $1000 ਤਾਂ ਤੁਹਾਡਾ ਕਲੇਮ ਬਣਿਆ 25000 ਪਰ ਤੁਹਾਨੂੰ ਮਿਲੇਗਾ 24000 ਹੀ, ਕਿਉਂਕਿ ਤੁਸੀਂ ਡਿਡਕਟੇਬਲ ਆਪਸ਼ਨ $1000 ਚੂਜ਼ ਕੀਤਾ। ਡਿਡਕਟੇਬਲ ਆਪਸ਼ਨਸ ਚੂਜ਼ ਕਰਦੇ ਨੇ ਟਰੈਵਲਰ ਤਾਂ ਕਿ ਉਹਨਾਂ ਦਾ ਪ੍ਰੀਮੀਅਮ ਘੱਟ ਬਣੇ ਜੀ, ਬਟ ਉਹ ਇਹ ਨਹੀਂ ਸੋਚਦੇ ਕਿ ਜਦੋਂ ਉਹਨਾਂ ਨੂੰ ਕੋਈ ਕਲੇਮ ਦੇਣਾ ਪੈ ਗਿਆ ਤਾਂ ਉਹਨਾਂ ਨੂੰ ਹਰ ਵਾਰੀ ਪੱਲਿਓਂ ਆਪਣੀ ਜੇਬ 'ਚ ਉਹ ਅਮਾਉਂਟ ਭਰਨਾ ਪਏਗਾ। ਹੁਣ ਮੰਨ ਲਓ ਕਿ ਕਲੇਮ ਬਹੁਤਾ ਵੱਡਾ ਨਹੀਂ ਹੈਗਾ, ਉਹਨਾਂ ਨੇ 1000 ਡਿਡਕਟੇਬਲ ਜਾਂ 250 ਡਿਡਕਟੇਬਲ ਉਹਨੇ ਚੂਜ਼ ਕੀਤਾ, ਉਹਨਾਂ ਦਾ ਕਲੇਮ 200 ਦਾ ਬਣਿਆ ਤਾਂ ਉਹਨਾਂ ਨੂੰ ਕੋਈ ਕਲੇਮ ਨਹੀਂ ਮਿਲੇਗਾ, ਉਹਨਾਂ ਨੂੰ ਉਹ ਜੇਬ 'ਚੋਂ ਆਪਣੀ ਪਾਕਟ 'ਚੋਂ ਭਰਨਾ ਪਏਗਾ। ਸੋ ਕਹਿਣ ਦਾ ਮਤਲਬ ਆ ਕਿ ਜੋ ਮੈਂ ਤੁਹਾਡੀਆਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਕਿ ਅਗਰ ਤੁਸੀਂ ਡਿਡਕਟੇਬਲ ਚੂਜ਼ ਕੀਤਾ ਵਾ $500 ਤੇ ਤੁਹਾਡਾ ਜਿਹੜਾ ਮੈਡੀਕਲ ਐਕਸਪੈਂਸਿਸ ਆ, ਰੱਬ ਨਾ ਕਰੇ ਤੁਹਾਨੂੰ ਕੋਈ ਹਸਪੀਟਲਾਈਜੇਸ਼ਨ ਜਾਣਾ ਪਵੇ ਜਾਂ ਕੋਈ ਟੈਸਟ ਟੂਸਟ ਕਰਾਏ ਜਾਂ ਛੋਟੀ ਮੋਟੀ ਦਵਾਈ ਦੇਣੀ ਪਵੇ, ਹਾਂਜੀ, ਅਗਰ ਤੁਹਾਡਾ ਖਰਚਾ 400 ਜਾਂ 450 ਹੋ ਗਿਆ ਵਾ ਤੇ ਕੰਪਨੀ ਨੇ ਆਪਣੇ ਪੱਲਿਓਂ ਕੁਝ ਨਹੀਂ ਪੇ ਕਰਨਾ, ਉਹ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਹੀ ਪੇ ਕਰਨਾ ਪਵੇਗਾ। ਅਗਰ ਉਸ ਤੋਂ ਵੱਧ ਖਰਚਾ ਆਉਂਦਾ, ਫੋਰ ਐਗਜ਼ਾਮਪਲ 2-4 ਹਜ਼ਾਰ ਜਾਂ 10,000, ਉਹ 500 ਤੋਂ ਉੱਪਰਲਾ ਜਿਹੜਾ ਖਰਚਾ ਹੋਏਗਾ ਉਹ ਤੁਹਾਨੂੰ ਕੰਪਨੀ ਪੇ ਕਰੇਗੀ। ਬਿਲਕੁਲ, ਇਸ ਕਰਕੇ ਮੈਂ ਤਾਂ ਹਮੇਸ਼ਾ ਆਪਣੇ ਜਿਹੜੇ ਕਲਾਇੰਟਸ ਹੈਗੇ ਉਹਨਾਂ ਨੂੰ ਇਹ ਐਡਵਾਈਸ ਕਰਦੇ ਹਾਂ ਕਿ ਤੁਸੀਂ ਜ਼ੀਰੋ ਡਿਡਕਟੇਬਲ ਚੂਜ਼ ਕਰੋ। ਇਹਦੇ ਨਾਲ ਫਰਕ ਕੁਝ ਵੀ ਨਹੀਂ ਪੈਂਦਾ, ਪ੍ਰੀਮੀਅਮ ਦੇ ਵਿੱਚ ਕੁਝ ਖਾਸ ਫਰਕ ਨਹੀਂ ਪੈਂਦਾ, ਬਟ ਤੁਹਾਨੂੰ ਉਦੋਂ ਪਤਾ ਚੱਲਦਾ ਜਦੋਂ ਤੁਹਾਨੂੰ ਕੋਈ ਕਲੇਮ ਆ ਜਾਂਦਾ ਹੈ, ਤੁਹਾਨੂੰ ਕੋਈ ਪ੍ਰੋਬਲਮ ਆ ਜਾਂਦੀ, ਤੁਸੀਂ ਕਲੇਮ ਕਰਦੇ ਹੋ ਤੇ ਉਦੋਂ ਤੁਹਾਨੂੰ ਸਾਰੇ ਦਾ ਸਾਰਾ ਜਿਹੜਾ ਤੁਹਾਡਾ ਕਲੇਮ ਹੈਗਾ ਤੁਹਾਨੂੰ ਪੂਰਾ ਫੁੱਲ ਅਮਾਉਂਟ ਮਿਲਦਾ ਤੁਹਾਨੂੰ। ਸੋ ਜਸਮੀਤ ਜੀ, ਤੁਸੀਂ ਰਿਕਮੈਂਡ ਕਰ ਰਹੇ ਜੀ ਕਿ ਡਿਡਕਟੇਬਲ ਜਿਹੜਾ ਹੈ ਜਿੰਨਾ ਘੱਟ ਹੋਵੇ ਓਨਾ ਹੀ ਤੁਹਾਡੀ ਜੇਬ ਜਿਹੜੀ ਹੈ ਸੌਖੀ ਰਹਿੰਦੀ ਹੈ। ਹਾਂਜੀ, ਸੋ ਜ਼ੀਰੋ ਡਿਡਕਟੇਬਲ ਜਿਹੜਾ ਵਾ ਬੈਸਟ ਆਪਸ਼ਨ ਹੈ। ਬਿਲਕੁਲ, ਔਰ ਜਿਉਂ ਤੁਸੀਂ ਜਿਵੇਂ ਦੱਸ ਰਹੇ ਸੀ ਕਿ ਡਿਡਕਟੇਬਲ ਜਿਹੜੇ ਵੱਧਦੇ ਰਹਿਣਗੇ ਤੇ ਤੁਹਾਡੇ ਪ੍ਰੀਮੀਅਮ 'ਚ ਜ਼ਰੂਰ ਤੁਹਾਨੂੰ ਸਹੂਲਤ ਹੋ ਸਕਦੀ ਹੈ, ਪਰ ਰੱਬ ਨਾ ਕਰੇ ਅਗਰ ਤੁਹਾਨੂੰ ਕੋਈ ਵੀ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਅਗਰ ਈਵਨ ਤੁਹਾਡੀ ਡੈਂਟਲ ਦੀ ਕੋਈ ਪ੍ਰੋਬਲਮ ਆ ਗਈ, ਕੋਈ ਆਈਜ਼ ਦੀ ਕੋਈ ਪ੍ਰੋਬਲਮ ਆ ਗਈ ਤੇ ਐਕਸਪੈਂਸਿਸ ਤੁਹਾਡੇ ਜਿਹੜੇ ਹਜ਼ਾਰਾਂ ਵਿੱਚ ਹੋ ਸਕਦੇ ਨੇ। ਹਾਂਜੀ, ਸੋ ਬੈਟਰ ਇਹ ਆ ਕਿ ਘੱਟ ਤੋਂ ਘੱਟ ਡਿਡਕਟੇਬਲ ਜਿਹੜੇ ਆ ਉਹ ਲਏ ਜਾਣ। ਬਿਲਕੁਲ, ਮੈਂ ਤਾਂ ਇਹੀ ਐਡਵਾਈਸ ਕਰਦੇ ਹਾਂ ਕਿ ਜ਼ੀਰੋ ਡਿਡਕਟੇਬਲ ਹੀ ਸਭ ਤੋਂ ਬੈਸਟ ਹੈਗਾ, ਕਿਉਂਕਿ ਅਗਰ ਤੁਸੀਂ ਟੋਟਲ ਅਮਾਉਂਟ ਦੀ ਗੱਲ ਕਰੋਗੇ, ਕਿਉਂਕਿ ਜਿਹੜੇ ਮੈਡੀਕਲ ਇੱਥੇ ਬਹੁਤ ਕਾਸਟਲੀ ਹੈਗਾ ਤੇ ਜਿਹੜਾ ਕਲੇਮ ਬਣਦਾ ਹੈ ਉਹ ਹਜ਼ਾਰਾਂ ਦੇ ਵਿੱਚ ਬਣਦਾ ਹੈ ਜੀ, ਤੇ ਜ਼ੀਰੋ ਡਿਡਕਟੇਬਲ ਦਾ ਤੁਹਾਨੂੰ ਇਹੀ ਫਾਇਦਾ ਹੁੰਦਾ ਹੈ ਕਿ ਤੁਹਾਨੂੰ ਪੂਰਾ ਦਾ ਪੂਰਾ ਕਲੇਮ ਮਿਲਦਾ ਹੈ ਜੀ। ਹੁਣ ਤੁਸੀਂ ਗੱਲ ਕਰ ਰਹੇ ਸੀਗੇ ਕਲੇਮ ਬਾਰੇ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਇਨ ਕੇਸ ਕਿਸੇ
ਪਰਿਵਾਰ ਨੂੰ ਜਿਨ੍ਹਾਂ ਨੇ ਕੋਈ ਸੁਪਰ ਵੀਜ਼ਾ ਇੰਸ਼ੋਰੈਂਸ ਲਈ ਹੋਈ ਹੈ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲਈ ਹੋਈ ਹੈ, ਉਹਨਾਂ ਦੇ ਮੈਂਬਰ ਨੂੰ ਜਿਹੜਾ ਟਰੈਵਲਰ ਆਇਆ ਹੋਇਆ, ਵਿਜ਼ਟਰ ਆਇਆ ਹੋਇਆ, ਉਹਨੂੰ ਕੋਈ ਐਮਰਜੈਂਸੀ ਆ ਜਾਂਦੀ ਹੈ ਤਾਂ ਕਲੇਮ ਲੈਣ ਦਾ ਪ੍ਰੋਸੀਜਰ ਕੀ ਹੈ? ਇਹ ਐਕਚੁਅਲੀ ਬਹੁਤ ਵਧੀਆ ਕੁਐਸਚਨ ਹੈਗਾ। ਕਲੇਮ ਲੈਣ ਲਈ ਮੈਂ ਤਾਂ ਇਹੀ ਕਹਾਂਗੀ ਕਿ ਤੁਸੀਂ ਅਗਰ ਮੇਰਾ ਕਲਾਇੰਟ ਹੈਗਾ ਤਾਂ ਸਭ ਤੋਂ ਪਹਿਲਾਂ ਉਹ ਮੈਨੂੰ ਕਾਲ ਕਰੇ, ਕਿਉਂਕਿ ਮੈਂ ਇੰਸ਼ੋਰੈਂਸ ਟਰਮਸ ਦੇ ਨਾਲ ਮੈਂ ਜਾਗਰੂਕ ਹਾਂ, ਮੈਨੂੰ ਪਤਾ ਹੈ ਕਿਹੜੀ ਇੰਸ਼ੋਰੈਂਸ ਟਰਮ ਦਾ ਮਤਲਬ ਕੀ ਹੈ ਜਾਂ ਕਲੇਮ ਫਾਰਮ ਕਿੱਦਾਂ ਭਰਵਾਣੇ ਨੇ ਜੀ। ਤਾਂ ਮੇਰੀ ਐਡਵਾਈਸ ਇਹੀ ਹੈ ਕਿ ਤੁਸੀਂ ਪਹਿਲਾਂ ਆਪਣੇ ਐਡਵਾਈਜ਼ਰ ਨੂੰ ਕਾਲ ਕਰੋ ਜੀ। ਵੈਸੇ ਤੁਸੀਂ ਡਾਇਰੈਕਟਲੀ ਕੰਪਨੀਜ਼ ਨੂੰ ਵੀ ਕਾਲ ਕਰ ਸਕਦੇ ਹੋ, ਜਿਵੇਂ ਟਰੈਵਲੈਂਸ ਵਰਗੀ, ਟਰੈਵਲੈਂਸ ਦਾ ਮੈਂ ਦੁਬਾਰਾ ਜ਼ਿਕਰ ਕਰ ਰਹੀ ਹਾਂ। ਟਰੈਵਲੈਂਸ ਦਾ ਕਲੇਮ ਪ੍ਰੋਸੈਸ ਹੈਗਾ, ਉਹ ਕਾਫੀ ਸਿੰਪਲ ਹੈਗਾ। ਤੁਸੀਂ ਡਾਇਰੈਕਟਲੀ ਉਹਨਾਂ ਨੂੰ ਕੰਟੈਕਟ ਕਰੋਗੇ ਤਾਂ ਵੀ ਤੁਹਾਡਾ ਕਲੇਮ ਈਜ਼ੀਲੀ ਅਪਰੂਵ ਹੋ ਜਾਏਗਾ। ਠੀਕ ਹੈ। ਬਟ ਜੇ ਤੁਸੀਂ ਐਡਵਾਈਜ਼ਰ ਦੇ ਥਰੂ ਜਾਂਦੇ ਹੋ ਤਾਂ ਤੁਹਾਡੇ ਵੀ ਜਿਹੜੇ ਵੀ ਤੁਹਾਡੇ ਕੋਲ ਡਾਕੂਮੈਂਟਸ ਹੁੰਦੇ, ਤੁਹਾਡਾ ਕਲੇਮ ਫਾਰਮ ਹੁੰਦਾ, ਤੁਹਾਡੀ ਰਸੀਟਸ ਹੁੰਦੀਆਂ, ਉਹ 'ਚ ਕੋਈ ਵੀ ਕਮੀ ਪੇਸ਼ੀ ਹੁੰਦੀ ਹੈ ਤਾਂ ਐਡਵਾਈਜ਼ਰ ਤੁਹਾਨੂੰ ਦੱਸ ਦਿੰਦਾ ਹੈ ਜਾਂ ਤੁਹਾਨੂੰ ਗਾਈਡ ਕਰ ਦਿੰਦਾ ਹੈ ਕਿ ਤੁਸੀਂ ਕਿਵੇਂ ਪ੍ਰੋਸੀਡ ਕਰੋ। ਬਿਲਕੁਲ ਜੀ, ਕਿਉਂਕਿ ਐਡਵਾਈਜ਼ਰ ਦੇ ਕੋਲ ਨੌਲੇਜ ਵੀ ਆ, ਤਜਰਬਾ ਵੀ ਆ, ਉਹਨੂੰ ਪਤਾ ਵਾ ਕਿ ਜਿਹੜਾ ਕਲੇਮ ਅਗਰ ਆ ਜਾਵੇ ਤੇ ਕਿਹੜਾ ਪ੍ਰੋਸੀਜਰ ਹੈ, ਕਿਹੜੇ ਡਾਕੂਮੈਂਟਸ ਨਾਲ ਲੱਗਣੇ ਨੇ, ਸੋ ਤੁਸੀਂ ਉਹਨੂੰ ਬਿਹਤਰ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦੇ ਜੀ। ਅਗਰ ਜਦੋਂ ਮੰਨ ਲਓ ਕਲੇਮ ਆ ਗਿਆ, ਤੁਹਾਨੂੰ ਤੁਹਾਡੇ ਕਲਾਇੰਟ ਨੇ ਸੰਪਰਕ ਕੀਤਾ ਵੀ ਇਸ ਤਰੀਕੇ ਦੇ ਨਾਲ ਭਾਈ ਐਮਰਜੈਂਸੀ ਆ ਗਈ ਆ ਤੇ ਕਲੇਮ ਨੰਬਰ ਇਸ਼ੂ ਹੋ ਗਿਆ ਉਹਨਾਂ ਨੂੰ, ਤੇ ਅਗਰ ਉਹਨਾਂ ਨੂੰ ਹਸਪੀਟਲਾਈਜੇਸ਼ਨ ਵਗੈਰਾ ਕਰਨੀ ਪੈ ਜਾਂਦੀ ਹੈ ਜਿੱਥੇ ਕਿ ਖਰਚਾ ਹਜ਼ਾਰਾਂ ਦੇ ਵਿੱਚ ਹੋ ਸਕਦਾ, ਕੀ ਉਸ ਕੇਸ ਦੇ ਵਿੱਚ ਜਿਹੜਾ ਖਰਚਾ ਵਾ ਉਹ ਕੈਸ਼ਲੈਸ ਹੋਏਗੀ ਮੈਡੀਕਲ ਟਰੀਟਮੈਂਟ, ਜਾਂ ਤੁਹਾਨੂੰ ਆਪਣੀ ਜੇਬ 'ਚੋਂ ਵੀ ਪੇ ਕਰਨਾ ਪੈ ਸਕਦਾ? ਇਹ ਡਿਪੈਂਡ ਕਰਦਾ ਕਿ ਤੁਹਾਨੂੰ ਕੀ ਪ੍ਰੋਬਲਮ ਆਈ ਹੈ। ਹੁਣ ਜਿਵੇਂ ਤੁਹਾਨੂੰ ਕੋਈ ਬਹੁਤ ਹੀ ਐਕਸਪੈਂਸਿਵ ਤੁਹਾਨੂੰ ਕੋਈ ਬਹੁਤ ਇੱਦਾਂ ਦੀ ਐਮਰਜੈਂਸੀ ਹੈ ਜਿਹਦੇ ਵਿੱਚ ਤੁਹਾਡਾ ਕੋਈ ਟੈਸਟ ਹੋਣਾ ਹੈ, ਤੁਹਾਡਾ ਕੋਈ ਐਕਸ-ਰੇ ਹੋਣਾ ਹੈ, ਤੇ ਤੁਸੀਂ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰੋ ਤੁਸੀਂ ਉਹ ਡਾਇਰੈਕਟਲੀ ਹਸਪੀਟਲ ਨੂੰ ਪੇ ਕਰ ਦਿੰਦੀ ਹੈ ਅਗਰ ਕੋਈ ਬਹੁਤ ਵੱਡੀ ਅਮਾਊਂਟ ਹੁੰਦੀ ਹੈ। ਕਿਉਂਕਿ ਤੁਸੀਂ ਲਾ ਲਓ ਜਿਵੇਂ ਲਾ ਲਓ $50,000 ਦਾ ਖਰਚਾ ਆ ਗਿਆ। ਬਿਲਕੁਲ, ਕਈ ਵਾਰੀ ਸਰਜਰੀਜ਼ ਵਗੈਰਾ ਦੀ ਨੌਬਤ ਆ ਜਾਂਦੀ ਹੈ ਜਾਂ ਕਈ ਇਦਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਕਿ ਤੁਹਾਨੂੰ ਹਸਪੀਟਲ ਦੇ ਵਿੱਚ ਜਾਂ ICU ਦੇ ਵਿੱਚ ਕੁਝ ਦਿਨ ਉੱਥੇ ਠਹਿਰਨਾ ਪੈ ਸਕਦਾ। ਹਾਂਜੀ, ਤੇ ਹੁਣ ਜਿਹੜਾ ਸਪਾਂਸਰ ਹੈਗਾ ਕਿਸੇ ਕੋਲ ਵੀ ਇੰਨੀ ਵੱਡੀ ਅਮਾਊਂਟ ਦੀ ਪਾਕਟ ਦੇ ਵਿੱਚ ਨਹੀਂ ਹੁੰਦੀ, ਉਹਨੂੰ ਕਲੈਕਟ ਕਰਨ ਵਿੱਚ ਟਾਈਮ ਲੱਗਦਾ ਹੈ, ਤੇ ਇੱਦਾਂ ਦੀ ਐਮਰਜੈਂਸੀ ਸਿਚੁਏਸ਼ਨਸ ਹੁੰਦੀਆਂ ਹੈ ਜਿਹਦੇ ਵਿੱਚ ਜਿਹੜਾ ਡਾਕਟਰ ਹੈਗਾ ਉਹਨੂੰ ਫਟਾਫਟ ਐਕਸ਼ਨ ਲੈਣਾ ਪੈਂਦਾ, ਉਹਨੂੰ ਜਲਦੀ ਉਹਨਾਂ ਨੂੰ ਨਾਲ ਦੀ ਨਾਲ ਆਪਰੇਟ ਕਰਨਾ ਪੈਂਦਾ, ਤੇ ਇਸ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਇੰਸ਼ੋਰੈਂਸ ਕੰਪਨੀਜ਼ ਸਪੋਰਟ ਕਰਦੀਆਂ। ਸੋ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਫਰੰਟ ਤੇ ਆ ਜਾਂਦੀ ਆ, ਉਹ ਉਹਨਾਂ ਨੂੰ ਆਪਣਾ ਕਲੇਮ ਨੰਬਰ ਦਿੰਦੀ ਆ ਤੇ ਕਹਿੰਦੀ ਆ ਵੀ ਭਾਈ ਤੁਸੀਂ ਇਲਾਜ ਕਰੋ, ਵੀ ਵਿਲ ਪੇ ਫॉर दैट। ਰੱਬ ਨਾ ਕਰੇ ਅਗਰ ਕੋਈ ਛੋਟੀ ਮੋਟੀ ਸਮੱਸਿਆ ਆ ਜਾਂਦੀ ਆ, ਕੋਈ ਖੰਘ ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ, ਉਸ ਕੇਸ ਦੇ ਵਿੱਚ ਅਗਰ ਤੁਹਾਨੂੰ ਆਪਣੇ ਫੈਮਿਲੀ ਡਾਕਟਰ ਦੇ ਕੋਲ ਜਾਣਾ ਪੈ ਗਿਆ, $200-400 ਦਾ ਖਰਚਾ ਹੋ ਗਿਆ, ਉਸ ਸਥਿਤੀ ਦੇ ਵਿੱਚ ਕੀ ਸਿਨੈਰੀਓ ਹੁੰਦਾ ਫਿਰ? ਇਹਦੇ ਵਿੱਚ ਕੀ ਹੁੰਦਾ ਹੈ, ਅਗਰ ਤੁਹਾਨੂੰ ਇੱਦਾਂ ਦੀ ਕੋਈ ਛੋਟੀ ਮੋਟੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਐਡਵਾਈਜ਼ਰ ਕੋਲ ਜਾਓ ਜੀ। ਐਡਵਾਈਜ਼ਰ ਕੀ ਕਰਦਾ ਹੈ, ਉਹ ਇੰਸ਼ੋਰੈਂਸ ਕੰਪਨੀ ਦੇ ਨਾਲ ਕੰਟੈਕਟ ਕਰਕੇ ਤੇ ਇੱਕ ਕਲੇਮ ਨੰਬਰ ਜਨਰੇਟ ਕਰਵਾ ਦਿੰਦਾ ਹੈ। ਤੁਸੀਂ ਉਹ ਕਲੇਮ ਨੰਬਰ ਲੈ ਕੇ ਤੁਸੀਂ ਆਪਣੇ ਫਿਜ਼ੀਸ਼ੀਅਨ ਕੋਲ ਜਾਓ, ਤੇ ਜਿਹੜੇ ਵੀ ਤੁਹਾਡਾ ਡਾਕਟਰ ਹੈਗਾ, ਫੈਮਿਲੀ ਡਾਕਟਰ, ਤੁਸੀਂ ਉਹਦੇ ਕੋਲ ਜਾਓ, ਤੁਸੀਂ ਆਪਣਾ ਇਲਾਜ ਕਰਾਓ, ਤੇ ਉਹਦਾ ਜਿਹੜਾ ਵੀ ਤੁਹਾਡਾ ਖਰਚਾ ਆਉਂਦਾ ਹੈ, ਤੁਹਾਡੀ ਦਵਾਈਆਂ ਦਾ, ਤੁਹਾਡਾ ਕੋਈ ਟੈਸਟ ਹੋਣਾ ਹੈ, ਬਲੱਡ ਵਰਕ ਆ, ਕੋਈ ਐਕਸ-ਰੇ ਆ, ਹਾਂਜੀ, ਜਿਹੜਾ ਵੀ ਪ੍ਰੋਸੀਜਰ ਫੋਲੋ ਕਰਨਾ ਡਾਕਟਰ ਨੇ, ਉਹ ਤੁਹਾਡਾ ਇਲਾਜ ਕਰੇ। ਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਉਹ ਤੁਹਾਨੂੰ ਜਿਹੜਾ ਇੰਸ਼ੋਰੈਂਸ ਕੰਪਨੀ ਹੈਗੀ ਹੈ ਉਹ ਉਸ ਅਮਾਊਂਟ ਜਿੰਨਾ ਵੀ ਤੁਹਾਡਾ ਖਰਚਾ ਆਇਆ ਹੈਗਾ $200-400 ਜਿੰਨਾ ਵੀ ਹੈਗਾ, ਉਹ ਚੈੱਕ ਬਣਾ ਕੇ ਸਪਾਂਸਰ ਨੂੰ ਭੇਜ ਦਿੰਦੀ ਹੈ। ਸੋ ਤੁਸੀਂ ਉਹਦੀਆਂ ਜਿਹੜੀਆਂ ਓਰੀਜਨਲ ਰਸੀਦਾਂ ਨੇ ਉਹ ਨਾਲ ਨੱਥੀ ਕਰਨੀਆਂ ਹੁੰਦੀਆਂ? ਹਾਂਜੀ, ਉਹ ਨਾਲ ਜਿੰਨੀ ਵੀ ਤੁਹਾਡੀ ਰਸੀਦ ਹੈ ਸਾਰੀਆਂ ਦੀ ਸਾਰੀ ਤੁਸੀਂ ਸਾਂਭ ਕੇ ਰੱਖਣੀ ਹੈ, ਤੇ ਤੁਸੀਂ ਆਪਣੇ ਕਲੇਮ ਦੇ ਨਾਲ ਲਗਾਉਣੀ ਹੈ ਜੀ। ਤੇ ਕਲੇਮ ਰਿਪੋਰਟ ਬਣਾ ਕੇ ਨਾਲ ਉਹ ਰਸੀਦਾਂ ਲਾ ਕੇ ਭੇਜ ਦਿਓ, ਤੇ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹ ਇੱਕ ਚੈੱਕ ਬਣਾ ਕੇ ਸਪਾਂਸਰ ਦੇ ਨਾਮ ਤੇ ਭੇਜ ਦਿੰਦੀ ਹੈ। ਰਾਈਟ। ਤੇ ਇਸ ਤੋਂ ਇਲਾਵਾ ਕੋਈ ਹੋਰ ਟਿਪਸ, ਕੋਈ ਜਾਣਕਾਰੀ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀ ਕਰਨੀ ਚਾਹੋ? ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਬਾਰੇ ਹੁਣ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਦੋਂ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾ ਰਹੇ ਹੋ, ਤੁਸੀਂ ਗ੍ਰੈਂਡ ਪੇਰੈਂਟਸ ਨੂੰ ਬੁਲਾ ਰਹੇ ਹੋ, ਜਿਹਦੇ ਵੀ ਤੁਸੀਂ ਰਿਲੇਟਿਵ ਨੂੰ ਬੁਲਾ ਰਹੇ ਹੋ, ਤੁਸੀਂ ਜ਼ਰੂਰ ਉਹਨਾਂ ਦੀ ਇੰਸ਼ੋਰੈਂਸ ਬਾਏ ਕਰੋ। ਇਹ ਸੁਪਰ ਵੀਜ਼ਾ ਦਾ ਚਲੋ ਮੈਂਡੇਟਰੀ ਹੈਗੀ ਹੈ, ਤੁਹਾਨੂੰ ਬਾਏ ਕਰਨੀ ਹੀ ਪੈਂਦੀ ਹੈ, ਬਟ ਵਿਜ਼ਟਰ ਵੀਜ਼ਾ ਵੀ ਜ਼ਰੂਰ ਤੁਸੀਂ ਆਪਣੇ ਜਿਹੜੇ ਵੀ ਤੁਹਾਡੇ ਰਿਲੇਟਿਵਸ ਨੂੰ ਤੁਸੀਂ ਬੁਲਾ ਰਹੇ ਹੋ ਉਹਨਾਂ ਲਈ ਬਾਏ ਕਰੋ, ਕਿਉਂਕਿ ਮੈਡੀਕਲ ਐਮਰਜੈਂਸੀ ਦਾ ਕੁਝ ਨਹੀਂ ਪਤਾ ਹੁੰਦਾ, ਤੁਹਾਨੂੰ ਕਦੀ ਵੀ ਕੋਈ ਪ੍ਰੋਬਲਮ ਆ ਸਕਦੀ ਹੈ, ਤੇ ਵੈਦਰ ਚੇਂਜ ਕਰਕੇ ਵੀ ਹੋਰ ਵੀ ਇੱਥੇ ਤੁਸੀਂ ਤੁਹਾਡੇ ਰਿਲੇਟਿਵਸ ਆਉਂਦੇ ਆ, ਉਹਨਾਂ ਨੂੰ ਇੱਥੇ ਕੋਈ ਵੀ ਪ੍ਰੋਬਲਮ ਆ ਸਕਦੀ ਹੈ, ਤਾਂ ਕੁਝ ਚੰਦ ਡਾਲਰ ਬਚਾਉਣ ਦੇ ਲਈ ਤੁਹਾਨੂੰ ਬਾਅਦ ਦੇ ਵਿੱਚ ਕੋਈ ਵੱਡਾ ਵੀ ਤੁਹਾਨੂੰ ਕੋਈ ਵੱਡਾ ਖਰਚਾ ਵੀ ਆ ਸਕਦਾ, ਹਿਊਜ ਡਾਲਰ ਬਿਲਸ ਤੁਹਾਨੂੰ ਖੁਦ ਆਪਣੀ ਪਾਕਟ 'ਚੋਂ ਪੇ ਕਰਨੇ ਪੈ ਸਕਦੇ ਆ। ਤਾਂ ਇਸ ਕਰਕੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਜ਼ਰੂਰ
ਤੇ ਜ਼ਰੂਰ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਆਪਣੇ ਰਿਲੇਟਿਵਸ ਲਈ ਬਾਏ ਕਰੋ। ਤੇ ਤੁਸੀਂ ਇਹਦੇ ਲਈ ਮੈਨੂੰ ਵੀ ਸੰਪਰਕ ਕਰ ਸਕਦੇ ਹੋ। ਮੈਂ ਆਪਣਾ ਨੰਬਰ ਇੱਕ ਵਾਰ ਫੇਰ ਤੋਂ ਰਿਪੀਟ ਕਰਦੀ ਹਾਂ। ਮੇਰਾ ਨੰਬਰ ਹੈਗਾ ਜੀ 7807004503। ਮੈਂ ਫੇਰ ਤੋਂ ਰਿਪੀਟ ਕਰ ਦਿੰਦੀ ਹਾਂ 780 745 ਜਸਮੀਤ ਜੀ, ਬਹੁਤ ਵਧੀਆ ਲੱਗਿਆ ਜੀ, ਤੁਸੀਂ ਢੇਰ ਸਾਰੀ ਗੱਲਬਾਤ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ ਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ ਸੋ ਮਚ ਮੈਨੂੰ ਇੱਥੇ ਬੁਲਾਉਣ ਲਈ। ਤੇ ਮੈਂ ਜੋ ਵੀ ਹੈਗਾ ਮੈਂ ਆਪਣੀ ਜਿੰਨੀ ਵੀ ਮੇਰੇ ਕੋਲ ਇਨਫੋਰਮੇਸ਼ਨ ਸੀਗੀ ਉਹ ਮੈਂ ਸਾਰਿਆਂ 'ਚ ਵੰਡ ਸਕੀ, ਮੈਂ ਸਰਕੂਲੇਟ ਕਰ ਸਕੀ। ਤੇ ਇਹ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਹੈਗੀ ਹੈ। ਤੇ ਥੈਂਕ ਯੂ ਸੋ ਮਚ ਮੈਨੂੰ ਇੱਥੇ ਬੁਲਾਉਣ ਲਈ। ਥੈਂਕ ਯੂ ਫॉर ਕਮਿੰਗ। ਸੋ ਇਹ ਸਨ ਜਸਮੀਤ ਕੌਰ ਜੀ, ਜਿਹੜੇ ਕਿ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਨਾਲ ਐਜ਼ ਏ ਇੰਸ਼ੋਰੈਂਸ ਐਡਵਾਈਜ਼ਰ ਕੰਮ ਕਰ ਰਹੇ ਹਨ। ਇਹਨਾਂ ਨਾਲ ਅੱਜ ਅਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੇ ਬਾਬਤ ਵੱਖ-ਵੱਖ ਪਹਿਲੂਆਂ ਬਾਰੇ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡਸ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਹੋਰ ਅਲੱਗ-ਅਲੱਗ ਚਿਹਰਿਆਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਮੈਨੂੰ ਮਨਜੀਤ ਸਿੰਘ ਫਿਰਮਾਨ ਨੂੰ ਇੱਥੇ ਦਿਓ ਜੀ ਇਜਾਜ਼ਤ। ਧੰਨਵਾਦ।